ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 474 ਤੇ ਹੇਠੋਂ 2 4 6ਵੀਂ ਲਾਈਨ ਹੇਠੋਂ ਮਹਿਲਾ ਦੂਜਾ। ਕੋਈ ਕਹਿੰਦਾ ਮਹੱਲਾ ਦੂਜਾ, ਇੱਕੋ ਹੀ ਗੱਲ ਹੈ। ਮਹੱਲਾ ਦੂਜਾ ਦਾ ਮਤਲਬ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ। ਮਹਿਲਾ ਦੂਜਾ ਦਾ ਵੀ ਅਰਥ ਹੈ ਗੁਰੂ ਅੰਗਦ ਦੇਵ ਦੀ ਬਾਣੀ। ਇਸ ਲਈ ਇਸ 'ਚ ਕੋਈ ਫਰਕ ਨਹੀਂ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਟੀਚਰ ਤੋਂ ਮਹੱਲਾ ਪੜ੍ਹਿਆ ਉਹ ਇਸ ਨੂੰ ਮਹੱਲਾ ਪੜ੍ਹ ਸਕਦੇ ਨੇ। ਜਿਨ੍ਹਾਂ ਨੇ ਮਹਿਲਾ ਪੜ੍ਹਿਆ ਉਹ ਇਸ ਨੂੰ ਮਹਿਲਾ ਪੜ੍ਹ ਸਕਦੇ ਨੇ। ਭਾਵ ਇੱਕੋ ਹੀ ਹੈ, ਮਹਿਲਾ ਦੂਜਾ ਜਾਂ ਮਹੱਲਾ ਦੂਜਾ। ਭਾਵ ਦੂਸਰੇ ਪਾਤਸ਼ਾਹ ਦੀ ਬਾਣੀ ਹੈ। ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇ, ਇਹਨੂੰ ਨੇਹੋ ਨਹੀਂ ਪੜ੍ਹਨਾ। ਹਾਹੇ ਨੂੰ ਔਂਕੜ ਤੇ ਸਿਰਫ ਇਸ ਲਈ ਲੱਗਾ ਕਿ ਜਿਹੜਾ ਨੇ ਸ਼ਬਦ ਹੈ ਇਹ ਇੱਕ ਵਚਨ ਹੈ ਅਤੇ ਪੁਲਿੰਗ ਹੈ। ਨੇ ਦੇ 3 ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਅਸਨੇਹ, ਉਹਦਾ ਮਤਲਬ ਪਿਆਰ ਹੈ। ਦੂਜਾ ਸਨੇਹ, ਉਹਦਾ ਮਤਲਬ ਪਿਆਰ ਹੈ। ਤੀਸਰਾ ਨੇ, ਇਹਦਾ ਮਤਲਬ ਪਿਆਰ ਹੈ। ਸੋ ਇਸ ਨੂੰ ਨੇ ਪੜ੍ਹਨਾ। ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇ, ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਉ ਨ ਥੇ। ਇਹਨੂੰ ਥੇਹੋ ਨਹੀਂ ਪੜ੍ਹਨਾ। ਕੋਈ ਪਿੰਡ ਉਜੜ ਜਾਏ, ਕਿਸੇ ਕਾਰਨ ਢਹਿ ਢੇਰੀ ਹੋ ਜਾਏ, ਉਹ ਫਿਰ ਇੱਕ ਟਿੱਬਾ ਜਿਹਾ ਬਣ ਜਾਂਦਾ ਹੈ। ਉਹਨੂੰ ਕਹਿੰਦੇ ਨੇ ਥੇ। ਥੇ ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਕਰਕੇ ਹਾਹੇ ਨੂੰ ਔਂਕੜ ਲੱਗਾ। ਇਹ ਔਂਕੜ ਤੇ ਸਿਰਫ ਅਰਥ ਦੱਸਦਾ ਹੈ, ਬੋਲਣ ਲਈ ਨਹੀਂ। ਗੁਰਬਾਣੀ 'ਚ ਬਹੁਤ ਸਾਰੀਆਂ ਲਗਾ ਮਾਤਰਾ ਐਸੀਆਂ ਲੱਗੀਆਂ ਹੋਈਆਂ ਹਨ ਜਿਹੜੀਆਂ ਬੋਲੀਆਂ ਨਹੀਂ ਜਾਂਦੀਆਂ, ਸਿਰਫ ਅਰਥ ਦੱਸਦੀਆਂ। ਜਿਵੇਂ ਇਸੇ ਲਾਈਨ 'ਚ ਦੇਖੋ, ਪਾਣੀ ਅੰਦਰ, ਅੰਦਰ ਰਾਰੇ ਨੂੰ ਸਿਹਾਰੀ ਲੱਗੀ ਹੈ। ਆਪਾਂ ਨਹੀਂ ਨਾ ਬੋਲਦੇ, ਰਾਰੇ ਨੂੰ ਸਿਹਾਰੀ ਨਹੀਂ ਬੋਲਦੇ, ਪਰ ਰਾਰੇ ਨੂੰ ਸਿਹਾਰੀ ਅਰਥ ਦੇ ਰਹੀ ਹੈ, ਬੋਲੀ ਨਹੀਂ ਜਾ ਰਹੀ। ਇਸੇ ਤਰ੍ਹਾਂ ਥੇ ਹਾਹੇ ਨੂੰ ਔਂਕੜ ਲੱਗਾ, ਅਰਥ ਦੱਸਦਾ ਹੈ ਪਰ ਬੋਲਿਆ ਨਹੀਂ ਜਾਂਦਾ, ਇਸ ਲਈ ਥੇ। ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇ, ਪਾਣੀ ਅੰਦਰ ਲੀਕ ਜਿਉਂ ਤਿਸ ਦਾ ਥਾਉ ਨ ਥੇ। ਇੱਕ ਸ਼ਬਦ ਸਿਆਣੇ, ਸਿਆਣਾ, ਉਹਦਾ ਵਿਰੋਧੀ ਸ਼ਬਦ ਹੈ ਇਆਣਾ। ਬੱਚਾ ਅਗਿਆਨੀ ਹੁੰਦਾ ਹੈ, ਉਹਨੂੰ ਇਆਣਾ ਕਹਿੰਦੇ। ਨਾਲ ਇਆਣੇ ਦੋਸਤੀ, ਬੱਚੇ ਨਾਲ ਦੋਸਤੀ, ਵਡਾਰੂ ਸਿਉ ਨੇ, ਤੇ ਵੱਡੇ ਨਾਲ ਪਿਆਰ। ਬੱਚੇ ਨਾਲ ਦੋਸਤੀ ਤੇ ਵੱਡੇ ਨਾਲ ਪਿਆਰ ਇਸ ਤਰ੍ਹਾਂ ਹੀ ਹੈ। ਪਾਣੀ ਅੰਦਰ ਲੀਕ ਜਿਉਂ, ਜਿਵੇਂ ਪਾਣੀ ਦੇ ਵਿੱਚ ਕੋਈ ਲਕੀਰ ਖਿੱਚੇ, ਤਿਸ ਦਾ ਥਾਉ ਨ ਥੇ, ਉਹਦਾ ਕੋਈ ਨਾਮ ਨਿਸ਼ਾਨ ਹੀ ਨਹੀਂ ਰਹਿੰਦਾ। ਧਰਤੀ ਤੇ ਲੀਕ ਖਿੱਚੋ ਤੇ ਦਿਸਦੀ ਹੈ ਵੀ ਲਕੀਰ ਹੈ, ਕੋਈ ਨਿਸ਼ਾਨ ਹੈ। ਪਾਣੀ 'ਚ ਲੀਕ ਖਿੱਚੋਗੇ ਉਹ ਕੋਈ ਦੱਸੇਗੀ ਨਹੀਂ, ਉਹਦਾ ਕੋਈ ਨਾਮ ਨਿਸ਼ਾਨ ਨਹੀਂ ਹੁੰਦਾ। ਜਿਵੇਂ ਪਾਣੀ 'ਚ ਆਪਾਂ ਲੀਕ ਖਿੱਚੀ ਤੇ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਹੈ, ਇਸ ਤਰ੍ਹਾਂ ਬੱਚੇ ਨਾਲ ਦੋਸਤੀ ਤੇ ਵੱਡੇ ਨਾਲ ਪਿਆਰ ਇਹ ਕਾਮਯਾਬ ਨਹੀਂ ਹੋਇਆ ਕਰਦੇ। ਇਹ ਐਵੇਂ ਹੀ ਹੁੰਦੇ ਨੇ। ਮਹਿਲਾ ਦੂਜਾ। ਹੋਏ ਇਆਣਾ ਕਰੇ ਕੰਮ, ਆਣ ਨ ਸਕੈ ਰਾਸ। ਜੇ ਇੱਕ ਅੱਧ ਚੰਗੀ ਕਰੇ, ਦੂਜੀ ਭੀ ਵੇ ਰਾਸ।
ਹੁਣ ਬੱਚਾ ਹੈ, ਹੋਏ ਇਆਣਾ ਕਰੇ ਕੰਮ। ਬੱਚਾ ਜੇ ਕੋਈ ਕੰਮ ਕਰੇਗਾ ਵੀ, ਆਣ ਨਾ ਸਕੈ ਰਾਸ, ਉਹ ਕੰਮ ਠੀਕ ਨਹੀਂ ਕਰ ਸਕਦਾ। ਬੱਚਾ ਨਾ, ਉਹਨੂੰ ਕੰਮ ਕਰਨ ਦੀ ਜਾਚ ਨਹੀਂ, ਉਹਨੂੰ ਕੰਮ ਕਰਨਾ ਆਉਂਦਾ ਨਹੀਂ, ਇਸ ਲਈ ਉਸ ਨੂੰ ਰਾਸ ਨਹੀਂ ਕਰ ਸਕਦਾ, ਠੀਕ ਨਹੀਂ ਕਰ ਸਕਦਾ। ਜੇ ਇੱਕ ਅੱਧ ਚੰਗੀ ਕਰੇ, ਮੰਨ ਲਓ ਇੱਕ ਅੱਧਾ ਕੰਮ ਨੇ ਚੰਗਾ ਕਰ ਵੀ ਲਿਆ, ਫਰਜ਼ ਕਰੋ, ਦੂਜੀ ਪੀਵੇ ਰਸ, ਤਾਂ ਦੂਜਾ ਕੰਮ ਬੇਰਸ ਕਰ ਦੇਗਾ, ਦੂਜਾ ਕੰਮ ਰਾਸ ਨਹੀਂ ਹੋਵੇਗਾ। ਇੱਕ ਅੱਧਾ ਰਾਸ ਹੋ ਗਿਆ, ਬਾਕੀ ਰਾਸ ਨਹੀਂ ਹੋਏ। ਇਸ ਤਰ੍ਹਾਂ ਹੀ ਬੱਚੇ ਨਾਲ ਜਿਹੜੇ ਦੋਸਤੀ ਹੈ ਅਤੇ ਵੱਡੇ ਨਾਲ ਜਿਹੜਾ ਪਿਆਰ ਹੈ, ਇਹ ਐਵੇਂ ਹੀ ਹੁੰਦਾ ਹੈ। ਇਹ ਤਾਂ ਇਸ ਤਰ੍ਹਾਂ ਜਿਵੇਂ ਪਾਣੀ 'ਚ ਕੋਈ ਲੀਕ ਖਿੱਚਦੇ, ਉਹਦਾ ਕੋਈ ਨਾਮ ਨਿਸ਼ਾਨ ਨਹੀਂ ਰਹਿੰਦਾ। ਇਸ ਤਰ੍ਹਾਂ ਹੀ ਇਹਨਾਂ ਦੀ ਦੋਸਤੀ, ਕੋਈ ਦੋਸਤੀ ਨਹੀਂ ਹੋਇਆ ਕਰਦੀ, ਕੋਈ ਪਿਆਰ ਨਹੀਂ ਹੋਇਆ ਕਰਦਾ। ਬੱਚੇ ਨਾਲ ਤੁਸੀਂ ਦੋਸਤੀ ਪਾ ਲਈ ਹੈ, ਉਹਨੇ ਇੱਕ ਅੱਧਾ ਚੰਗਾ ਕੰਮ ਕਰਦਾ, ਬਾਕੀ ਤੁਹਾਡੇ ਖਰਾਬ ਕਰਤੇ। ਤੁਸੀਂ ਉਹਨੂੰ ਕਿਹਾ, ਕਾਕਾ ਆ ਨਾ ਦੁੱਧ ਗਰਮ ਕਰ ਦੇ, ਹੁਣ ਉਹਨੇ ਕੀ ਕੀਤਾ, ਉਹ ਦੁੱਧ 'ਤੇ ਰੱਖ ਕੇ ਗੈਸ ਦੇ ਆਪ ਖੇਡਣ ਲੱਗ ਗਿਆ, ਜਾਂ ਇੱਧਰ ਤੋਂ ਧਿਆਨ ਲੱਗ ਗਿਆ, ਉਹ ਦੁੱਧ ਉਬਲ ਗਿਆ, ਦੁੱਧ ਉਬਲ ਗਿਆ। ਕਰਤਾ ਨਾ ਖਰਾਬ, ਬੇਰਸ ਕਰਤਾ ਨਾ, ਕੰਮ ਹੀ ਖਰਾਬ ਕਰਤਾ ਹੈ। ਸੋ ਇਸ ਲਈ ਬੱਚਾ ਜਿਹੜਾ ਹੈ, ਉਹ ਕੰਮ ਰਾਸ ਨਹੀਂ ਕਰ ਸਕਦਾ। ਜੇ ਇੱਕ ਅੱਧਾ ਹੋ ਵੀ ਗਿਆ ਤਾਂ ਦੂਜਾ ਖਰਾਬ ਕਰ ਦਿੰਦਾ। ਪੌੜੀ ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਹੁਰਮਤ, ਹੁਰਮਤ ਸ਼ਬਦ ਅਰਬੀ ਭਾਸ਼ਾ ਦਾ ਹੈ, ਇਹ ਹਿੰਦੀ ਪੰਜਾਬੀ ਦਾ ਨਹੀਂ ਹੈ। ਹੁਰਮਤ ਸ਼ਬਦ ਜਿਹੜਾ ਹੈ ਅਰਬੀ ਭਾਸ਼ਾ ਦਾ, ਜਿਹਦਾ ਮਤਲਬ ਇੱਜ਼ਤ। ਹੁਰਮਤ ਤਿਸ ਨੂੰ ਅਗਲੀ, ਉਹ ਵਜ੍ਹਾ, ਇਹਨੂੰ ਵਜ੍ਹਾ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ, ਜਿਹਦਾ ਉਚਾਰਨ ਹੈ ਵਜ੍ਹਾ। ਤੁਸੀਂ ਕਹੋ ਜੀ ਹਾਹੇ ਨੂੰ ਔਂਕੜ ਲੱਗਾ ਹੋਇਆ ਹੈ, ਹੁਣ ਹਾਹੇ ਨੂੰ ਔਂਕੜ ਤਾਂ ਉਹ ਹੈ ਜੀ, ਉੱਥੇ ਵੀ ਲੱਗਾ ਹੋਇਆ ਹੈ, ਉਹਨੂੰ ਉਹ ਥੋੜ੍ਹਾ ਪੜ੍ਹੋਗੇ। ਉਹਦੇ ਹੇਠਾਂ, ਹਾਹੇ ਦੇ ਹੇਠਾਂ ਜਿਹੜਾ ਔਂਕੜ ਲੱਗਾ ਹੈ, ਉਹ ਦੱਸ ਰਿਹਾ ਵੀ ਜਿਹੜਾ ਉਹ ਸ਼ਬਦ ਹੈ ਉਹ ਇੱਕ ਵਚਨ ਹੈ ਅਤੇ ਪੁਲਿੰਗ ਹੈ, ਕਿਉਂਕਿ ਅੱਗੇ ਜਿਹੜਾ ਵਜ੍ਹਾ ਸ਼ਬਦ ਆ ਰਿਹਾ ਹੈ ਇਹ ਵੀ ਇੱਕ ਵਚਨ ਅਤੇ ਪੁਲਿੰਗ ਹੈ। ਹਾਹੇ ਨੂੰ ਔਂਕੜ ਤੇ ਇਸ ਲਈ ਲੱਗਾ ਹੈ, ਇਹ ਪੜ੍ਹਨ ਲਈ ਨਹੀਂ ਹੈ ਕਿ ਇਹਨੂੰ ਤੁਸੀਂ ਵਜ੍ਹਾ ਪੜ੍ਹੋ। ਫਾਰਸੀ ਦੇ ਸ਼ਬਦ ਨੂੰ ਅਸੀਂ ਹਿੰਦੀ ਪੰਜਾਬੀ ਤਰ੍ਹਾਂ ਨਹੀਂ ਪੜ੍ਹ ਸਕਦੇ, ਇਹ ਫਾਰਸੀ ਹੈ ਅਤੇ ਫਾਰਸੀ ਇਹਦਾ ਉਚਾਰਨ ਹੈ ਵਜ੍ਹਾ। ਅਤੇ ਵਜ੍ਹਾ ਦਾ ਮਤਲਬ ਹੁੰਦਾ ਜਿਹੜੀ ਤੁਸੀਂ ਮਿਹਨਤ ਕੀਤੀ ਉਹਦੇ ਬਦਲੇ ਜਿਹੜੇ ਤੁਹਾਨੂੰ ਪੈਸੇ ਮਿਲੇ, ਤੁਸੀਂ ਦਿਹਾੜੀ ਕੀਤੀ ਉਹਦੇ ਬਦਲੇ ਜਿਹੜੇ ਤੁਹਾਨੂੰ ਪੈਸੇ ਮਿਲੇ, ਉਹ ਵਜ੍ਹਾ ਹੈ। ਮਿਹਨਤਾਨਾ, ਮਜ਼ਦੂਰ ਨੂੰ ਮਜ਼ਦੂਰੀ ਮਿਲਦੀ ਹੈ, ਨੌਕਰੀ ਵਾਲਿਆਂ ਨੂੰ ਤਨਖਾਹ ਮਿਲਦੀ ਹੈ, ਉਹ ਵਜ੍ਹਾ ਹੈ, ਉਹਨੂੰ ਕਹਿੰਦੇ ਫਾਰਸੀ 'ਚ ਵਜ੍ਹਾ। ਉਹ ਵਜ੍ਹਾ ਵੀ ਦੂਣਾ ਖਾਏ। ਹੁਣ ਵਜ੍ਹਾ ਕਿਉਂਕਿ ਪੁਲਿੰਗ ਹੈ ਅਤੇ ਇੱਕ ਵਿੱਚ ਇਸ ਲੱਗੇ ਸ਼ਬਦ ਹੈ ਦੂਣਾ। ਜੇ ਵਜ੍ਹਾ ਇਸਤਰੀ ਲਿੰਗ ਹੁੰਦਾ ਫਿਰ ਅੱਗੇ ਆਉਣਾ ਸੀ ਦੂਣੀ, ਫਿਰ ਆਉਣਾ ਸੀ ਉਹ ਵਜ੍ਹਾ ਵੀ ਦੂਣੀ ਖਾਏ। ਵਜ੍ਹਾ ਪੁਲਿੰਗ ਹੋਣ ਕਰਕੇ ਅੱਗੇ ਹੈ ਦੂਣਾ, ਉਹ ਵਜ੍ਹਾ ਵੀ ਦੂਣਾ ਖਾਏ, ਵੀ ਉਹਨੂੰ ਦੂਣਾ ਮਿਹਨਤਾਨਾ ਮਿਲਦਾ ਹੈ। ਖਸਮੈ ਕਰੇ ਬਰਾਬਰੀ, ਫਿਰ ਗੈਰਤ, ਗੈਰਤ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਵੇਂ ਹੁਰਮਤ ਅਰਬੀ ਭਾਸ਼ਾ ਦਾ ਸ਼ਬਦ ਹੈ, ਫਾਰਸੀ ਦਾ ਨਹੀਂ, ਅਰਬੀ ਦਾ ਹੈ। ਇਸ ਤਰ੍ਹਾਂ ਗੈਰਤ ਸ਼ਬਦ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ। ਗੈਰਤ ਦਾ ਮਤਲਬ ਅਣਖ ਦਾ ਜਾਗਣਾ। ਕਈ ਵਾਰੀ ਆਪਾਂ ਨੂੰ ਕੋਈ ਗੱਲ ਕਹਿੰਦਾ ਹੈ, ਆਪਣੇ ਮਨ 'ਤੇ ਅਸਰ ਕਰ ਜਾਂਦੇ, ਸਾਡੇ 'ਤੇ ਗੁੱਸਾ ਚੜ੍ਹ ਜਾਂਦਾ, ਸਾਡੇ ਅੰਦਰ ਅਣਖ ਜਾਗ ਪੈਂਦੀ ਹੈ, ਉਹਨੂੰ ਗੈਰਤ ਕਹਿੰਦੇ ਨੇ। ਅਣਖ, ਅਰਬੀ ਦੇ ਵਿੱਚ ਗੈਰਤ ਨੂੰ ਕਹਿੰਦੇ ਨੇ ਅਣਖ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜ੍ਹਾ ਗਵਾਏ ਅਗਲਾ, ਮੂੰਹੇ ਮੂੰਹ
ਪਾਣਾ ਖਾਏ। ਇਹਨਾਂ ਮੂੰਹੇ ਮੂੰਹੇ ਨਹੀਂ ਪੜਨਾ। ਪਹਿਲਾ ਮੂੰਹੇ ਹੈ ਹਾਹੇ ਲਾਣ ਲੱਗਾ ਮੂੰਹੇ, ਦੂਜਾ ਮੂੰਹ ਨਾਉਨ ਹੈ। ਹਾਹੇ ਨੂੰ ਸਿਹਾਰੀ 'ਚ ਨਹੀਂ ਬੋਲਦੇ, ਮੂੰਹ ਮੂੰਹੇ ਮੂੰਹ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਨਾਨਕ ਹੁਕਮ ਨ ਚੱਲੇ ਨਾਲ ਖਸਮ ਚੱਲੈ ਅਰਦਾਸ। ਪੌੜੀ ਚਾਕਰ ਮਨ ਸੇਵਕ ਨੌਕਰ। ਹਾਲਾਂਕਿ ਜੀ ਨੌਕਰ ਚਾਕਰ ਨੇ ਜੀ, ਕਈ ਵਾਰੀ ਆਪਾਂ ਇਕੱਠਾ ਸ਼ਬਦ ਵਰਤਦੇ ਨੇ, ਇਹ ਨੌਕਰ ਚਾਕਰ ਨੇ ਜੀ। ਨੌਕਰ ਹਿੰਦੀ ਪੰਜਾਬੀ ਦਾ ਸ਼ਬਦ ਵਰਤ ਲਿਆ, ਚਾਕਰ ਫਾਰਸੀ ਦਾ ਵਰਤ ਲਿਆ ਹੈ। ਕਈ ਵਾਰੀ ਆਪਾਂ ਆਮ ਸ਼ਬਦ ਬੋਲਦੇ ਨੇ ਨੌਕਰ ਚਾਕਰ ਨੇ ਜੀ, ਪਰ ਆਪਾਂ ਵਿਚਾਰ ਨਹੀਂ ਕਰਦੇ ਵੀ ਚਾਕਰ ਬੋਲ ਤਾਂ ਇਹ ਤਾਂ ਨੌਕਰ ਚਾਕਰ ਨੇ ਜੀ, ਨੌਕਰੀ ਚਾਕਰੀ ਕਰਦੇ ਨੇ ਜੀ। ਚਾਕਰ ਜਿਹੜਾ ਹੈ ਫਾਰਸੀ ਦਾ ਸ਼ਬਦ ਹੈ, ਮਤਲਬ ਨੌਕਰ ਭਾਵ ਸੇਵਕ। ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਪਾਏ। ਸੇਵਕ ਅਸਲ ਉਹੀ ਸੇਵਾ ਕਰਦਾ ਜਿਹੜਾ ਮਾਲਕ ਦੇ ਹੁਕਮ ਅਨੁਸਾਰ ਚੱਲਦਾ। ਖਸਮੈ ਪਾਏ, ਪਾਏ ਮੈਨੇ ਮਰਜ਼ੀ। ਨੌਕਰ ਉਹੀ ਹੈ ਜਿਹੜਾ ਮਾਲਕ ਦੇ ਹੁਕਮ ਅਨੁਸਾਰ, ਮਾਲਕ ਦੀ ਮਰਜ਼ੀ ਅਨੁਸਾਰ ਸੇਵਾ ਕਰਦਾ। ਅਸਲ ਉਹ ਚਾਕਰ ਹੈ। ਜਿਹੜਾ ਆਪਣੀ ਮਰਜ਼ੀ ਕਰਦਾ ਉਹ ਚਾਕਰ ਨਹੀਂ ਹੁੰਦਾ, ਉਹ ਸੇਵਕ ਨਹੀਂ ਹੁੰਦਾ। ਸੋ ਚਾਕਰ ਲੱਗੈ ਚਾਕਰੀ। ਚਾਕਰ ਅਸਲ ਉਹੀ ਹੈ ਜੇ ਚੱਲੈ ਖਸਮੇ ਪਾਏ, ਜਿਹੜਾ ਮਾਲਕ ਦੀ ਮਰਜ਼ੀ ਅਨੁਸਾਰ ਚੱਲੇ। ਸੇਵਕ ਉਹੀ ਹੈ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਚੱਲੇ। ਸਿੱਖ ਉਹੀ ਹੈ ਜਿਹੜਾ ਗੁਰੂ ਮਹਾਰਾਜ ਦੀ ਮਰਜ਼ੀ ਅਨੁਸਾਰ ਚੱਲੇ। ਮੈਂ ਮੰਨ ਲਓ ਆਪਣੀ ਮਰਜ਼ੀ ਕਰਦਾ, ਫਿਰ ਗੁਰੂ ਮਹਾਰਾਜ ਮੇਰੇ 'ਤੇ ਖੁਸ਼ ਨਹੀਂ ਹੋਣਗੇ। ਬਾਣੀ ਭਾਵੇਂ ਪੜ੍ਹੀ ਜਾਂ ਅਤੇ ਭਾਵੇਂ ਕਥਾ ਕਰੀ ਜਾਵਾਂ ਅਤੇ ਭਾਵੇਂ ਕੀਰਤਨ ਕਰੀ ਜਾਵਾਂ, ਜੋ ਮਰਜ਼ੀ ਪਿਆ ਕਰਾਂ। ਅਗਰ ਮੈਂ ਗੁਰੂ ਮਹਾਰਾਜ ਦੀ ਮਰਜ਼ੀ ਅਨੁਸਾਰ ਕਰਮ ਨਹੀਂ ਕਰਦਾ ਤਾਂ ਗੁਰੂ ਮਹਾਰਾਜ ਮੇਰੇ 'ਤੇ ਖੁਸ਼ ਨਹੀਂ ਹੋਣਗੇ। ਅਤੇ ਜਿੰਨਾ ਚਿਰ ਗੁਰੂ ਮਹਾਰਾਜ ਖੁਸ਼ ਨਹੀਂ ਹੁੰਦੇ ਉਹਨਾਂ ਚਿਰ ਪਰਮਾਤਮਾ ਨਹੀਂ ਮਿਲਦਾ। ਕਿਉਂਕਿ ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇੱਕ ਓਂਕਾਰ ਦੀ ਪ੍ਰਾਪਤੀ ਤਾਂ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਹੁਣ ਗੁਰੂ ਮਹਾਰਾਜ ਖੁਸ਼ ਹੀ ਨਹੀਂ, ਇਸ ਲਈ ਉਹਨਾਂ ਦੀ ਕਿਰਪਾ ਨਹੀਂ ਹੋਵੇਗੀ। ਅਤੇ ਜੇ ਉਹਨਾਂ ਦੀ ਕਿਰਪਾ ਨਾ ਹੋਈ ਤਾਂ ਜਿੰਨੀ ਮਰਜ਼ੀ ਪਏ ਭਜਨ ਬੰਦਗੀ ਕਰੋ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਮੁੜ ਕੇ ਜਨਮ ਲੈਂਦੇ ਰਹਿਣਾ ਪੈਣਾ ਹੈ। ਇਸ ਲਈ ਚਾਕਰ ਸੇਵਕ ਉਹੀ ਹੈ ਅਸਲ 'ਚ ਜਿਹੜਾ ਮਾਲਕ ਦੇ ਹੁਕਮ ਅਨੁਸਾਰ ਚੱਲਦਾ ਹੈ। ਫਿਰ ਜਿਹੜਾ ਹੁਕਮ ਅਨੁਸਾਰ ਚੱਲਦਾ ਨਾ, ਹੁਰਮਤ ਤਿਸ ਨੂੰ ਅਗਲੀ। ਹੁਣ ਅਗਲੀ ਮੈਨੇ ਬਹੁਤ, ਉਹਨੂੰ ਬਹੁਤ ਇੱਜ਼ਤ ਮਿਲਦੀ ਹੈ, ਉਹਨੂੰ ਮਾਲਕ ਵੱਲੋਂ ਬਹੁਤ ਇੱਜ਼ਤ ਮਿਲਦੀ ਹੈ। ਉਹ ਵਜ੍ਹਾ ਵੀ ਦੂਣਾ ਖਾਏ ਅਤੇ ਉਹਨੂੰ ਤਨਖਾਹ ਵੀ ਦੂਣੀ ਮਿਲਦੀ ਹੈ। ਉਹਨੂੰ ਜਿਹੜਾ ਮਿਹਨਤਾਨਾ ਹੈ, ਕੰਮ ਦਾ ਜੋ ਮਿਹਨਤਾਨਾ ਹੈ, ਜੋ ਮਜ਼ਦੂਰੀ ਹੈ, ਜੋ ਮਿਹਨਤ ਦੇ ਬਦਲੇ ਪੈਸਾ ਮਿਲਦਾ ਹੈ, ਉਹਨੂੰ ਕਹਿੰਦੇ ਨੇ ਫਾਰਸੀ 'ਚ ਵਜ੍ਹਾ। ਉਹਨੂੰ ਫਿਰ ਉਹ ਪੈਸਾ ਵੀ ਜਿਹੜਾ ਹੈ ਦੂਣਾ ਮਿਲਦਾ ਹੈ, ਉਹਨੂੰ ਮਜ਼ਦੂਰੀ ਦੂਣੀ ਮਿਲਦੀ ਹੈ, ਉਹਨੂੰ ਮਿਹਨਤਾਨਾ ਦੂਣਾ ਮਿਲਦਾ ਹੈ, ਉਹਨੂੰ ਤਨਖਾਹ ਦੂਣੀ ਮਿਲਦੀ ਹੈ। ਕਿਉਂਕਿ ਮਾਲਕ ਖੁਸ਼ ਹੈ, ਮਾਲਕ ਉਸ 'ਤੇ ਖੁਸ਼ ਹੈ, ਮਾਲਕ ਦੇ ਮਨ 'ਚ ਉਹਦੇ ਪ੍ਰਤੀ ਬੜੀ ਇੱਜ਼ਤ ਹੈ। ਤੁਸੀਂ ਦੇਖਿਆ ਹੋਣਾ ਜਿਹੜੇ ਅਮੀਰਾਂ ਦੇ ਨੌਕਰ ਲੱਗੇ ਹੋਏ ਨੇ, ਅਮੀਰ ਆਪਣੇ ਕੱਪੜੇ ਉਹਨਾਂ ਨੂੰ ਦੇ ਦਿੰਦੇ ਨੇ। ਕੋਈ ਮਠਿਆਈ ਖਾਣ ਨੂੰ ਆ ਗਿਆ, ਅਮੀਰਾਂ ਕਿਹੜਾ ਸਾਰੀ ਮਠਿਆਈ ਖਾਣ ਦੀਆਂ, ਮਠਿਆਈ ਦਾ ਡੱਬਾ ਗਰੀਬ ਨੂੰ ਨੌਕਰ ਨੂੰ ਦੇ ਦਿੰਦੇ ਨੇ। ਕਦੇ ਕੁਛ ਦੇਤਾ, ਕਦੇ ਕੁਛ ਦੇਤਾ। ਅਗਰ ਨੌਕਰ ਜਾਂ ਨੌਕਰਾਣੀ ਚੰਗੇ ਨੇ ਅਤੇ ਅਮੀਰਾਂ ਦੇ ਘਰ ਕੰਮ ਕਰਦੇ ਨੇ, ਉਹਨਾਂ ਨੂੰ ਖਾਣ ਪੀਣ ਦੀ ਕੋਈ ਕਮੀ ਨਹੀਂ ਰਹਿੰਦੀ, ਨਾ ਕੱਪੜਿਆਂ ਦੀ। ਅਮੀਰਾਂ ਕੋਲ ਬਹੁਤ ਕੱਪੜੇ ਹੁੰਦੇ ਨੇ, ਉਹ ਕੁਝ ਸਮਾਂ ਵਰਤੇ ਫਿਰ ਉਹਨਾਂ ਨੂੰ ਦੇ ਦਿੰਦੇ, ਲਓ ਭਾਈ।
ਇਸ ਲਈ ਜਦੋਂ ਆਪਾਂ ਪਰਮਾਤਮਾ ਦੇ ਆਖੇ ਲੱਗਾਂਗੇ, ਪਰਮਾਤਮਾ ਦੀ ਮਰਜ਼ੀ ਅਨੁਸਾਰ ਚੱਲਾਂਗੇ, ਮਾਲਕ ਦੀ ਮਰਜ਼ੀ ਅਨੁਸਾਰ ਚੱਲਾਂਗੇ, ਤਾਂ ਜਿਹੜਾ ਮਾਲਕ ਦੀ ਮਰਜ਼ੀ ਅਨੁਸਾਰ ਚੱਲਦਾ, ਹੁਰਮਤ ਤਿਸ ਨੂੰ ਅਗਲੀ, ਉਹਨੂੰ ਬਹੁਤ ਇੱਜ਼ਤ ਮਿਲਦੀ ਹੈ। ਉਹ ਵਜ੍ਹਾ ਵੀ ਦੂਣਾ ਖਾਏ ਅਤੇ ਉਹਨੂੰ ਮਿਹਨਤਾਨਾ ਵੀ ਦੂਣਾ ਮਿਲਦਾ ਹੈ, ਪਾਪ ਮਜ਼ਦੂਰੀ ਵੱਧ ਮਿਲਦੀ ਹੈ। ਖਸਮੈ ਕਰੇ ਬਰਾਬਰੀ, ਜੋ ਮਾਲਕ ਦੀ ਬਰਾਬਰੀ ਕਰਦਾ ਹੈ, ਵੀ ਮੈਂ ਕੋਈ ਘੱਟ ਹਾਂ, ਜੋ ਹਉਮੈ ਕਰੇ। ਖਸਮੈ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਜੇ ਆਪਣੇ ਮਾਲਕ ਦੀ ਬਰਾਬਰੀ ਕਰੇਗਾ, ਫਿਰ ਮਾਲਕ ਦੇ ਅੰਦਰ ਅਣਖ ਜਾਗ ਪੈਂਦੀ ਹੈ। ਗੈਰਤ ਅੰਦਰ ਪਾਏ, ਮਾਲਕ ਦੇ ਅੰਦਰ ਅਣਖ ਜਾਗ ਪੈਂਦੀ ਹੈ ਵੀ ਅੱਛਾ ਇਹ ਮੇਰੀ ਬਰਾਬਰੀ ਕਰਦਾ ਹੈ, ਕੋਈ ਦੱਸਦਾ ਮੈਨੂੰ। ਫਿਰ ਕੀ ਹੋਏਗਾ? ਵਜ੍ਹਾ ਗਵਾਏ ਅਗਲਾ, ਜਿਹੜਾ ਪਹਿਲਾਂ ਉਹਨੂੰ ਮਿਹਨਤਾਨਾ ਮਿਲਦਾ ਸੀ ਉਹ ਵੀ ਗਿਆ। ਮੂੰਹੇ ਮੂੰਹ ਪਾਣਾ ਖਾਏ, ਅਤੇ ਉਹਦੇ ਮੂੰਹ 'ਤੇ ਪਾਣਾ ਹੁੰਦੀਆਂ ਜੁੱਤੀਆਂ, ਅਤੇ ਉਹਦੇ ਮੂੰਹ 'ਤੇ ਜੁੱਤੀਆਂ ਪੈਂਦੀਆਂ ਨੇ। ਨਾਲੇ ਨੌਕਰੀ ਤੋਂ ਕੱਢਤਾ ਵੀ ਚੱਲ, ਤਨਖਾਹ ਵੀ ਗਈ, ਅਤੇ ਨਾਲੇ ਜਿਹੜੇ ਛਿੱਤਰ ਪਏ ਵਾਧੂ ਦੇ। ਇਸ ਲਈ ਅਸੀਂ ਨਾ ਗੁਰੂ ਦੀ ਬਰਾਬਰੀ ਕਰ ਸਕਦੇ ਹਾਂ, ਨਾ ਰੱਬ ਦੀ ਕੋਈ ਬਰਾਬਰੀ ਕਰ ਸਕਦੇ ਹਾਂ। ਅਸੀਂ ਤਾਂ ਸੇਵਕ ਹਾਂ, ਆਪਣੇ ਅੰਦਰ ਹਉਮੈ ਨਹੀਂ ਲਿਆਉਣੀ। ਕਈ ਵਾਰੀ ਸੇਵਾ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਹਉਮੈ ਆਏ, ਮੈਂ ਦੇਖਿਆ ਉਹ ਐਵੇਂ ਗਈ ਸੇਵਾ। ਸੇਵਾ ਸਿਮਰਨ ਭਜਨ ਬੰਦਗੀ ਜੋ ਅਸੀਂ ਕਰਦੇ ਹਾਂ, ਇਹ ਤਾਂ ਹਉਮੈ ਖਤਮ ਲਈ ਕਰਦੇ ਹਾਂ ਵੀ ਕਿਸ ਤਰ੍ਹਾਂ ਹਉਮੈ ਖਤਮ ਹੋ ਜਾਏ, ਕਿਉਂਕਿ ਜਿੱਥੇ ਹਉਮੈ ਉੱਥੇ ਨਾਮ ਨਹੀਂ ਹੋ ਸਕਦਾ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਜਿੱਥੇ ਹਉਮੈ ਹੁੰਦੀ ਹੈ ਉੱਥੇ ਨਾਮ ਨਹੀਂ ਹੁੰਦਾ, ਅਤੇ ਜਿੱਥੇ ਨਾਮ ਹੋਏਗਾ ਉੱਥੇ ਹਉਮੈ ਨਹੀਂ ਹੁੰਦੀ। ਇਸ ਲਈ ਜਿਹਨੇ ਰੱਬ ਦੀ ਪ੍ਰਾਪਤੀ ਕਰਨੀ ਹੈ ਉਹਨੂੰ ਹਉਮੈ ਛੱਡਣੀ ਪਏਗੀ। ਹਉਮੈ ਕਿਵੇਂ ਛੱਡ ਹੁੰਦੀ ਹੈ? ਜਦੋਂ ਇਹ ਗਿਆਨ ਹੋ ਜਾਏਗਾ ਕਿ ਮੇਰੇ ਕੋਲ ਜੋ ਕੁਝ ਵੀ ਹੈ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਨੌਕਰੀ ਮਿਲੀ ਹੈ, ਪਰਮਾਤਮਾ ਨੇ ਦਿੱਤੀ ਹੈ। ਧਨ ਦੌਲਤ ਮਿਲਿਆ, ਪਰਮਾਤਮਾ ਦੀ ਕਿਰਪਾ ਹੈ। ਬਾਲ ਬੱਚੇ ਮਿਲੇ ਨੇ, ਪਰਮਾਤਮਾ ਦੀ ਕਿਰਪਾ ਹੈ। ਆਦਰ ਮਾਣ ਮਿਲਿਆ, ਪਰਮਾਤਮਾ ਦੀ ਕਿਰਪਾ ਹੈ। ਨਹੀਂ ਤਾਂ ਪਿੱਛੇ ਪੜਿਆ ਪੜਨਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਪੜਿਆ ਨਾ? ਜੇ ਪਰਮਾਤਮਾ ਨਾਰਾਜ਼ ਹੋ ਜੇ, ਵੱਡੇ ਵੱਡੇ ਰਾਜਿਆਂ ਨੂੰ ਵੀ ਜਿਹੜਾ ਹੈ ਕੰਗਾਲ ਬਣਾਉਂਦਾ। ਫਿਰ ਜੇ ਭਿੱਖਿਆ ਮੰਗਦੇ ਨਾ, ਕੋਈ ਭਿੱਖਿਆ ਵੀ ਨਹੀਂ ਪਾਉਂਦਾ। ਇਸ ਲਈ ਖਸਮ ਨਾਲ ਬਰਾਬਰੀ ਨਹੀਂ ਚੱਲ ਸਕਦੀ। ਅਤੇ ਜਿਹੜਾ ਚਾਕਰ ਸੇਵਕ ਖਸਮ ਦੀ ਬਰਾਬਰੀ ਕਰਦਾ, ਮਾਲਕ ਦੀ ਬਰਾਬਰੀ ਕਰਦਾ, ਫਿਰ ਗੈਰਤ ਅੰਦਰ ਪਾਏ, ਫਿਰ ਮਾਲਕ ਦੇ ਅੰਦਰ ਜਿਹੜੀ ਹੈ ਅਣਖ ਜਾਗ ਪੈਂਦੀ ਹੈ। ਉਹ ਫਿਰ ਗੁੱਸੇ 'ਚ ਆ ਜਾਂਦਾ, ਕਹਿੰਦਾ ਦੱਸਦਾ ਮੈਂ ਤੈਨੂੰ। ਫਿਰ ਵਜ੍ਹਾ ਗਵਾਏ ਅਗਲਾ, ਪਹਿਲਾਂ ਜਿਹਨਾਂ ਨੂੰ ਮਿਹਨਤਾਨਾ ਮਿਲਦਾ ਸੀ ਉਹ ਵੀ ਗਵਾ ਲੈਂਦਾ, ਕਿਉਂਕਿ ਨੌਕਰੀਆਂ ਕੱਢਤਾ। ਮੂੰਹੇ ਮੂੰਹ ਪਾਣਾ ਖਾਏ, ਅਤੇ ਮੂੰਹ 'ਤੇ ਜੁੱਤੀਆਂ ਖਾਂਦਾ ਹੈ, ਨਾਲੇ ਸਜ਼ਾ ਭੋਗਦਾ ਹੈ। ਸੋ ਗੁਰੂ ਮਹਾਰਾਜ ਹੁਣ ਕੀ ਸਾਨੂੰ ਸਮਝਾਉਂਦੇ ਨੇ? ਜਿਸ ਦਾ ਦਿੱਤਾ ਖਾਵਨਾ ਤਿਸ ਕਹੀਐ ਸ਼ਾਬਾਸ਼। ਜਿਹੜਾ ਸਾਨੂੰ ਖਾਣ ਨੂੰ ਦਿੰਦਾ ਹੈ ਉਹਦੀ ਵਡਿਆਈ ਕਰੋ, ਸ਼ਾਬਾਸ਼ੇ ਕਹੋ, ਉਹਦੀ ਬਰਾਬਰੀ ਨਾ ਕਰੋ, ਹੰਕਾਰ ਨਾ ਕਰੋ। ਸਗੋਂ ਜਿਹੜਾ ਖਾਣ ਨੂੰ ਦਿੰਦਾ ਹੈ ਉਹਨੂੰ ਸ਼ਾਬਾਸ਼ੇ ਕਹੋ, ਭਾਵ ਉਹਦੀ ਵਡਿਆਈ ਕਰੋ ਵੀ ਤੁਹਾਡਾ ਧੰਨਵਾਦ ਜੀ, ਤੁਹਾਡਾ ਧੰਨਵਾਦ ਹੈ, ਤੁਸੀਂ ਖਾਣ ਪੀਣ ਨੂੰ ਦਿੱਤਾ ਹੈ। ਕਰੋਨਾ ਜਦੋਂ ਸ਼ੁਰੂ ਹੋਇਆ ਸੀ, ਟੋਟਲ ਲੋਕਡਾਊਨ ਹੋ ਗਿਆ ਸੀ, ਸਾਰੇ ਕੰਮ ਬੰਦ ਹੋ ਗਏ ਸੀ। 1 ਕਰੋੜ ਬੰਦਾ ਜਿਹੜਾ ਕਿ ਅੱਡ-ਅੱਡ ਸੂਬਿਆਂ 'ਚ ਮਜ਼ਦੂਰੀ ਕਰਨ ਆਇਆ ਸੀ, ਕੋਈ ਵਿਚਾਰਾ ਪੈਦਲ, ਕੋਈ ਸਾਈਕਲ 'ਤੇ,
ਕੋਈ ਸਕੂਟਰ 'ਤੇ, ਕੋਈ ਕਿਵੇਂ ਗੱਡੀਆਂ ਰਾਹੀਂ ਵਾਪਸ ਆਪਣੇ ਆਪਣੇ ਇਲਾਕੇ ਚਲੇ ਗਏ, ਵਾਪਸ ਚਲੇ ਗਏ। ਕਿਉਂ? ਖਾਣ ਨੂੰ ਕੁਛ ਨਹੀਂ ਮਿਲਿਆ। ਇਹ ਮਰਦਾ ਕੀ ਨਾ ਕਰਦਾ, ਵਾਲਾ ਕਹਿੰਦਾ ਚਲ ਆਪਣੇ ਪਿੰਡ ਹੀ ਚਲੇ ਜਾਓ, ਉੱਥੇ ਚਲੋ ਥੋੜ੍ਹਾ ਬਹੁਤਾ ਘਰ ਦੇ ਜੀਆਂ ਕੋਲ ਰੋਟੀ ਪਾਣੀ ਅੱਗੇ ਜਾ ਕੇ ਖਾ ਲਾਂਗੇ। ਹੁਣ ਉੱਥੇ ਪਹਿਲੇ ਹੀ ਗਰੀਬ ਸਨ, ਕਿੰਨੀ ਕੁ ਦੇਰ ਪਿੰਡ ਰਹਿ ਲੈਣ, ਉਹ ਮੁੜ ਕੇ ਫਿਰ ਵਾਪਸ ਆ ਰਹੇ ਨੇ। ਹੁਣ ਫਿਰ ਵਾਪਸ ਆ ਰਹੇ ਨੇ ਉਹ। ਆ ਜਿੰਨੇ ਭਈਏ ਗਏ ਸਨ ਆਂਢ ਇੱਥੇ, ਉਹ ਸਾਰੇ ਵਾਪਸ ਆ ਗਏ। ਉਹ ਸਾਰੇ ਵਾਪਸ ਆਏ, ਮੁੜ ਕੇ ਦਿਹਾੜੀ ਕਰਨ ਲੱਗ ਪਏ ਨੇ, ਆਪਣਾ ਕੰਮ ਧੰਦਾ ਲੱਗ ਗਏ ਨੇ। ਸੋ ਇਸ ਲਈ ਪਰਮਾਤਮਾ ਖਾਣ ਨੂੰ ਦਿੰਦਾ ਹੈ, ਉਹਨੂੰ ਸ਼ਾਬਾਸ਼ੇ ਕਹਿਣਾ ਚਾਹੀਦਾ, ਧੰਨਵਾਦ ਕਰਨਾ ਚਾਹੀਦਾ। ਨਾਨਕ ਹੁਕਮ ਨਾ ਚੱਲੇ, ਨਾਲ ਖਸਮ ਚੱਲੇ ਅਰਦਾਸ। ਮਾਲਕ ਦੇ ਨਾਲ ਹੁਕਮ ਨਹੀਂ ਚੱਲਿਆ ਕਰਦਾ। ਮਾਲਕ ਦਾ ਹੁਕਮ ਦੇ ਮੰਨਣਾ, ਨਾ ਕਿ ਉਸ ਦੇ ਹੁਕਮ ਚਲਾਉਣਾ। ਨੌਕਰ ਦਾ ਕੰਮ ਹੈ, ਸੇਵਕ ਦਾ ਕੰਮ ਹੈ ਆਪਣੇ ਮਾਲਕ ਦਾ ਹੁਕਮ ਮੰਨਣਾ, ਮਾਲਕ ਦੇ ਹੁਕਮ ਨਹੀਂ ਕਰਨਾ। ਨਾਨਕ ਹੁਕਮ ਨਾ ਚੱਲੇ, ਮਾਲਕ ਦੇ ਹੁਕਮ ਨਹੀਂ ਚੱਲਦਾ। ਨਾਲ ਖਸਮ ਚੱਲੇ ਅਰਦਾਸ। ਖਸਮ ਪਾ ਮਾਲਕ, ਮਾਲਕ ਦੇ ਅੱਗੇ ਤਾਂ ਬੇਨਤੀ ਹੀ ਚੱਲਦੀ ਹੈ। ਮਾਲਕ ਦੇ ਅੱਗੇ ਬੇਨਤੀ ਕਰਨੀ ਪੈ ਗਈ। ਜੇ ਮਹਾਰਾਜਾ ਰਣਜੀਤ ਸਿੰਘ ਦਾ ਨੌਕਰ ਸੀ, ਕਈ ਸਾਲ ਹੋ ਗਏ ਮਹਾਰਾਜਾ ਰਣਜੀਤ ਸਿੰਘ ਨੇ ਤਨਖਾਹ ਹੀ ਨਹੀਂ ਵਧਾਈ। ਇੱਕ ਹੋਰ ਨੂੰ ਪੁੱਛਦਾ, ਯਾਰ ਕੀ ਕਰੀਏ, ਰਾਜਾ ਤਨਖਾਹ ਨਹੀਂ ਵਧਾ ਰਿਹਾ। ਉਹਨੇ ਉਹਨੂੰ ਢੰਗ ਦੱਸਤਾ। ਅਗਲੇ ਦਰਬਾਰ ਲੱਗਾ। ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੇ ਭਾਈ, ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਦੱਸੋ ਕੋਈ। ਉਹ ਜਿਹੜਾ ਨੌਕਰ ਸੀ ਉਹ ਖੜਾ ਹੋ ਗਿਆ, ਕਹਿੰਦੇ ਰਾਜਾ ਜੀ ਮੇਰੀ ਤਨਖਾਹ ਵਧਾ ਦਿਓ ਵਰਨਾ। ਐਂ ਬੋਲਿਆ। ਰਣਜੀਤ ਸਿੰਘ ਨੂੰ ਚੜਿਆ ਗੁੱਸਾ, ਕਹਿੰਦਾ ਕਿਵੇਂ ਬੋਲਦਾ ਓਏ, ਕਿਵੇਂ ਬੋਲਦਾ? ਕਹਿੰਦੇ ਰਾਜਾ ਜੀ ਮੇਰੀ ਤਨਖਾਹ ਵਧਾ ਦਿਓ ਵਰਨਾ। ਕਹਿੰਦਾ ਵਰਨਾ ਤੂੰ ਕੀ ਕਰੇਂਗਾ ਓਏ? ਕਹਿੰਦਾ ਜੀ ਮੈਂ ਇਸੇ ਤਨਖਾਹ 'ਤੇ ਕੰਮ ਕਰਾਂਗਾ। ਅਤੇ ਰਣਜੀਤ ਸਿੰਘ ਹੱਸ ਪਿਆ, ਕਹਿੰਦੇ ਭਾਈ ਵਧਾ ਦਿਓ ਇਹਦੀ ਤਨਖਾਹ। ਯਾਦ ਆ ਕਿ ਬੜੀ ਦੇਰ ਹੋ ਗਈ ਤਨਖਾਹ ਵਧਾਈ ਨਹੀਂ। ਅਖੀਰ ਨੂੰ ਬੇਨਤੀ ਕਰਨੀ ਪਈ। ਇੱਕ ਵਾਰ ਤਾਂ ਫਿਰ ਗੈਰਤ ਜਾਗ ਪਈ ਨਾ ਰਣਜੀਤ ਸਿੰਘ ਅੰਦਰੋਂ ਵੀ ਅੱਛਾ, ਕਹਿੰਦਾ ਵਰਨਾ। ਅੰਦਰ ਗੈਰਤ ਜਿਹੜੀ ਸੀ ਰਣਜੀਤ ਅੰਦਰ, ਉਹ ਜਾਗ ਪਈ। ਕਹਿੰਦਾ ਅੱਛਾ ਵਰਨਾ ਕੀ ਕਰੇਂਗਾ ਤੂੰ? ਅਤੇ ਉਹਨੂੰ ਸਮਝਾਇਆ ਸੀ ਤੂੰ ਅੱਗੋਂ ਹੈ ਕਿ ਜੀ ਫਿਰ ਇਸੇ ਤਨਖਾਹ 'ਤੇ ਕੰਮ ਕਰਾਂਗਾ। ਅਤੇ ਉਹ ਹਾਸਾ ਨਿਕਲ ਗਿਆ। ਚਲੋ ਮਾਫ਼ ਹੋ ਗਏ। ਸੋ ਖਸਮ ਅੱਗੇ ਹੁਕਮ ਨਹੀਂ ਚੱਲਿਆ ਕਰਦਾ, ਅਰਦਾਸ ਬੇਨਤੀ ਚੱਲਦੀ ਹੈ। ਸੋ ਅਸੀਂ ਗੁਰੂ ਅੱਗੇ, ਪਰਮਾਤਮਾ ਅੱਗੇ ਬੇਨਤੀ ਕਰਨੀ ਹੈ, ਅਰਦਾਸਾਂ ਕਰਨੀਆਂ ਨੇ। ਗੁਰੂ ਮਹਾਰਾਜ ਸੌਦੇ ਨਹੀਂ ਕਰੀਦੇ ਉਹਨਾਂ ਨਾਲ, ਜੇ ਮੇਰਾ ਕੰਮ ਕਰ ਦਿਓ ਫਿਰ ਮੈਂ ਕਰਾਂਗਾ। ਸੌਦੇਬਾਜ਼ੀ ਨਹੀਂ ਕਰੀਦੀ, ਬੇਨਤੀ ਕਰੀਦੀ। ਹਾਂ, ਬੇਨਤੀ ਪ੍ਰਵਾਨ ਹੋ ਗਈ ਹੈ, ਫਿਰ ਧੰਨਵਾਦ ਵਿੱਚ ਜੋ ਮਰਜ਼ੀ ਕਰ ਦਿਓ। ਫਿਰ ਧੰਨਵਾਦ ਵਜੋਂ ਅਖੰਡ ਪਾਠ ਕਰਾਓ, ਸਹਿਜ ਪਾਠ ਕਰਾਓ, ਲੰਗਰ ਲਾਓ, ਗੁਰਦੁਆਰਾ ਸਾਹਿਬ ਨੂੰ ਮਾਇਆ ਦਿਓ। ਧੰਨਵਾਦ ਵਿੱਚ ਫਿਰ ਜੋ ਮਰਜ਼ੀ ਕਰੋ। ਸ਼ਲੋਕ ਮਹਿਲਾ ਦੂਜਾ। ਏਕ ਨੇਹੀ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਕਰਮਾਤ ਸ਼ਬਦ ਹੈ, ਫਾਰਸੀ ਦਾ ਸ਼ਬਦ ਹੈ ਕਰਾਮਾਤ। ਕਰਾਮਾਤ, ਉਸ ਤੋਂ ਗੁਰਬਾਣੀ ਸ਼ਬਦ ਬਣਾਇਆ ਕਰਮਾਤ, ਭਾਵ ਬਖਸ਼ਿਸ਼। ਕਰਾਮਾਤ ਵੀ ਉਹਨੂੰ ਕਹਿੰਦੇ ਜਿਹੜੇ ਅਚਾਨਕ ਕੋਈ ਘਟਨਾ ਹੋ ਜੇ, ਜਿਹਦਾ ਆਪਾਂ ਨੂੰ ਚਿੱਤ ਚੇਤਾ ਵੀ ਨਾ ਹੋਵੇ, ਉਹ ਹੋ ਜੇ, ਉਹਨੂੰ ਕਹਿੰਦੇ ਕਰਾਮਾਤ ਹੋ ਗਈ ਜੀ। ਅਚਾਨਕ
ਕੋਈ ਐਸੀ ਘਟਨਾ ਜਿਹਦਾ ਆਪਾਂ ਨੂੰ ਚਿੱਤ ਚੇਤਾ ਵੀ ਨਾ ਹੋਵੇ ਅਤੇ ਬੜੀ ਖੁਸ਼ੀ ਹੋਵੇ ਆਪਾਂ ਨੂੰ ਹੈ। ਜਿਵੇਂ ਤੁਸੀਂ ਲਾਟਰੀ ਪਾਈ, ਤੁਹਾਡੀ 1.5 ਕਰੋੜ ਦੀ ਲਾਟਰੀ ਨਿਕਲ ਗਈ, ਹੋ ਗਈ ਨਹੀਂ ਕਰਾਮਾਤ, ਸਾਰੀ ਗਰੀਬੀ ਧੋਤੀ ਗਈ ਕਿ ਨਹੀਂ? ਇਹ ਪਰਮਾਤਮਾ ਦੀ ਬਖਸ਼ਿਸ਼ ਹੈ। ਕਰਮਾਤ ਪਰਮਾਤਮਾ ਦੀ ਬਖਸ਼ਿਸ਼ ਹੈ। ਕਰਾਮਾਤ ਤੋਂ ਸ਼ਬਦ ਬਣੇ ਕਰਮਾਤ। ਏਕ ਨੇਹੀ ਦਾਤ ਆਪਸ ਤੇ ਜੋ ਪਾਈਏ। ਆਪਣੀ ਮਿਹਨਤ ਕਰਕੇ ਜਿਹੜੀ ਤੁਸੀਂ ਚੀਜ਼ ਪ੍ਰਾਪਤ ਕਰਦੇ ਹੋ, ਦਾਤ ਨਹੀਂ ਹੁੰਦੀ, ਉਹ ਬਖਸ਼ਿਸ਼ ਨਹੀਂ ਹੁੰਦੀ। ਉਹ ਤਾਂ ਤੁਸੀਂ ਮਿਹਨਤ ਕੀਤੀ, ਪ੍ਰਾਪਤ ਕਰ ਲਈ। ਤੁਸੀਂ ਮਿਹਨਤ ਕੀਤੀ, ਇੱਕ ਬੱਚੇ ਨੇ ਮਿਹਨਤ ਕੀਤੀ, ਫਸਟ ਡਿਵੀਜ਼ਨ ਲੈ ਗਿਆ ਹੈ, ਇਹ ਤਾਂ ਉਹਦੀ ਮਿਹਨਤ ਹੈ। ਇਹ ਪਰਮਾਤਮਾ ਦੀ ਕੋਈ ਬਖਸ਼ਿਸ਼ ਨਹੀਂ, ਉਹਦੀ ਕੋਈ ਦਾਤ ਨਹੀਂ, ਇਹ ਤਾਂ ਉਹਦੀ ਮਿਹਨਤ ਦਾ ਫਲ ਮਿਲਿਆ ਉਸਨੂੰ। ਬਖਸ਼ਿਸ਼ ਕੀ ਹੁੰਦੀ ਹੈ? ਇੱਕ ਮੁੰਡੇ ਦੀ ਮਾਂ ਮੇਰੇ ਕੋਲ ਆਈ, ਕਈ ਸਾਲਾਂ ਦੀ ਗੱਲ ਹੈ। ਮੈਂ ਕਿਹਾ ਜੀ ਇਹਦੀ ਫਲਾਣੇ ਪੇਪਰ ਦੇ ਵਿੱਚ ਨਾ ਰੀਪੀਰ ਆ ਜਾਣੀ, 2 ਪੇਪਰਾਂ 'ਚੋਂ। ਉਹ ਕਹਿੰਦੇ ਮਾਂ ਕੀ ਤੂੰ ਬਾਬਿਆਂ ਕੋਲੇ ਫਿਰੀ ਜਾਨੀ, ਮੈਂ ਦੇਖਾਂਗਾ ਕਿਵੇਂ ਰੀਪੀਰ ਆਉਂਦੀ ਹੈ। ਕਹਿੰਦਾ ਮੈਂ ਉਹ 2 ਪੇਪਰਾਂ ਦੀ ਪੂਰੀ ਤਿਆਰੀ ਕਰਦਾ ਰਿਹਾ ਵੀ ਇਹਨਾਂ 'ਚੋਂ ਨਹੀਂ ਫੇਲ ਹੋਣਾ। ਬਾਬੇ ਕਹਿੰਦੇ ਇਹਨਾਂ 'ਚੋਂ ਤੂੰ ਫੇਲ ਹੋ ਜਾਣਾ। ਕਹਿੰਦਾ ਪਾਸ ਹੋ ਕੇ ਵਿਖਾਵਾਂਗਾ। ਚੈਲੰਜ ਸਵੀਕਾਰ ਕਰ ਲਿਆ ਹੈ। ਮੈਂ ਕੋਈ ਚੈਲੰਜ ਨਹੀਂ ਕੀਤਾ। ਮੈਂ ਤਾਂ ਮਾਂ ਆਈ ਹੈ, ਗੁਰੂ ਮਹਾਰਾਜ ਨੂੰ ਪੁੱਛਿਆ, ਗੁਰੂ ਮਹਾਰਾਜ ਕਹਿੰਦੇ ਪਈ ਇਹ 2 ਪੇਪਰਾਂ 'ਚ ਫਲਾਣੇ 'ਚ ਫੇਲ ਹੋ ਜਾਣਾ ਨੇ। ਉਹੀ ਗੱਲ ਹੋਈ। ਜਦੋਂ ਉਹ ਪੇਪਰ ਆਏ, ਉਹਨੂੰ ਇੰਨਾ ਬੁਖਾਰ ਚੜ੍ਹ ਗਿਆ ਕਿ ਉਹ ਪੇਪਰ ਹੀ ਨਹੀਂ ਦੇ ਸਕਿਆ, ਦੋਨੋਂ ਹੋ ਗਿਆ ਫੇਲ। ਮਾਂ ਕਹਿੰਦੀ ਕਿਉਂ? ਤੂੰ ਤਾਂ ਕਹਿੰਦਾ ਸੀ ਮੈਂ ਪਾਸ ਹੋ ਕੇ ਵਿਖਾਵਾਂਗਾ, ਬਾਬਿਆਂ ਕੋਲੇ ਫਿਰੀ ਜਾਨੀ, ਹੋ ਗਿਆ ਨਾ ਫੇਲ। ਅਗਲੇ ਸਾਲ ਫੇਰ ਮਾਂ ਆ ਗਈ। ਮੈਂ ਕਿਹਾ ਐਤਕੀ ਇਹ ਪਾਸ ਹੋ ਜਾਏਗਾ। ਕਹਿੰਦਾ ਮਾਂ ਮੈਂ ਫੇਲ ਹੋ ਕੇ ਵਿਖਾਵਾਂਗਾ। ਬਾਬੇ ਕਹਿੰਦੇ ਪਾਸ ਹੋ ਜਾਏਗਾ। ਕਹਿੰਦਾ ਮੈਂ ਕੀ ਕੀਤਾ, ਆਪਣਾ ਰੋਲ ਨੰਬਰ ਲਿਖਿਆ, ਪੇਪਰ 'ਚ ਕੁਛ ਨਹੀਂ ਲਿਖਿਆ, ਖਾਲੀ ਪੇਪਰ ਛੱਡ ਕੇ ਦੋਨੋਂ ਸਿਰ ਰੋਲ ਨੰਬਰ ਲਿਖ ਕੇ ਖਾਲੀ ਛੱਡ ਕੇ ਆ ਗਿਆ ਵੀ ਹੁਣ ਦੇਖਦਾ ਮੈਂ। ਬਾਬੇ ਕਹਿੰਦੇ ਪਾਸ ਹੋ ਜਾਏਗਾ। ਕਿਵੇਂ ਪਾਸ ਹੋ ਜਾਏਗਾ? ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਜਿਨ੍ਹਾਂ ਦੇ ਆਖਰੀ ਚਾਂਸ ਹੈ ਉਹਨੂੰ ਗੋਲਡਨ ਚਾਂਸ ਕਹਿੰਦੇ ਨੇ। ਜਿਹੜਾ ਵੀ ਪੇਪਰ 'ਚ ਬੈਠਾ ਉਹਨੂੰ ਪਾਸ ਕਰ ਦਿਓ। ਉਹ ਪਾਸ ਹੋ ਗਿਆ। ਉਹ ਦਬਾ ਫਿਰ ਆ ਗਿਆ। ਹੁਣ ਮੇਰਾ ਪੱਕਾ ਚੇਲਾ, ਹੁਣ ਮੇਰਾ ਪੱਕਾ ਚੇਲਾ। ਕਹਿੰਦਾ ਬਈ ਮੰਨ ਗਿਆ ਵਾਕਈ ਬਾਬਾ ਜੀ ਹੈਗੇ। ਕਹਿੰਦਾ ਨਹੀਂ ਤਾਂ ਮੈਂ ਤਾਂ ਕਹਿੰਦਾ ਸੀ ਐਵੇਂ ਮੇਰੀ ਮਾਂ ਬਾਬੇ ਮਗਰ ਫਿਰੀ ਜਾਂਦੀ ਹੈ। ਸੋ ਇਹ ਕੀ ਹੋਇਆ? ਇਹ ਦਾਤ ਹੈ, ਇਹ ਬਖਸ਼ਿਸ਼ ਹੈ। ਬਈ ਪੇਪਰ ਕੀਤਾ ਹੀ ਨਹੀਂ, ਸਿਰਫ ਰੋਲ ਨੰਬਰ ਲਿਖਿਆ ਹੈ, ਵਿੱਚ ਇੱਕ ਵੀ ਅੱਖਰ ਨਹੀਂ ਲਿਖਿਆ ਹੋਇਆ, ਤੇ ਪਾਸ ਹੋ ਕੇ ਦੋਨੋਂ ਪੇਪਰਾਂ 'ਚੋਂ। ਜੇ ਤਾਂ ਮਿਹਨਤ ਕੀਤੀ ਹੁੰਦੀ ਤੇ ਪਾਸ ਹੁੰਦਾ, ਫਿਰ ਤੇ ਬਖਸ਼ਿਸ਼ ਨਹੀਂ ਸੀ। ਫਿਰ ਤੇ ਉਹਨੇ ਮਿਹਨਤ ਕੀਤੀ, ਪਾਸ ਹੋ ਗਿਆ। ਮਿਹਨਤ ਕੀਤੀ ਨਹੀਂ, ਲਿਖਿਆ ਹੀ ਨਹੀਂ ਹੈਗਾ ਤੇ ਪਾਸ ਹੋ ਗਿਆ ਹੈ। ਇਹਨੂੰ ਕਹਿੰਦੇ ਨੇ ਕਰਮਾਤ, ਇਹਨੂੰ ਕਹਿੰਦੇ ਨੇ ਬਖਸ਼ਿਸ਼। 2 ਸਾਲਾਂ ਦੀ ਗੱਲ ਹੈ। ਅੰਮ੍ਰਿਤਸਰ ਦਾ ਇੱਕ ਪਰਿਵਾਰ, ਉਹਨਾਂ ਦਾ ਲੜਕਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ। ਅੰਮ੍ਰਿਤਸਰ ਦੇ ਡਾਕਟਰਾਂ ਨੇ ਕਿਹਾ PGI ਲੈ ਜਾਓ। ਉਹ PGI ਲੈ ਆਏ। PGI ਵਾਲੇ ਨੇ ਕੁਝ ਦਿਨ ਰੱਖ ਕੇ ਜਵਾਬ ਦਿੱਤਾ ਵੀ ਇਹ ਨਹੀਂ ਠੀਕ ਹੋ ਸਕਦਾ ਜੀ, ਬੱਚਾ ਘਰ ਲੈ ਜਾਓ। ਕਿੰਨਾ ਮਾਂ ਪਿਓ ਨੂੰ ਦੁੱਖ ਹੋਇਆ ਹੋਏਗਾ। ਅਗਲਾ ਕਹਿੰਦਾ ਹੁਣ ਕਿੱਥੇ ਜਾਈਏ? ਸਭ ਤੋਂ ਵੱਡਾ ਪੰਜਾਬ ਦਾ ਜਿਹੜਾ ਹੈ ਹਸਪਤਾਲ ਹੈ, ਉਹਨਾਂ ਜਵਾਬ ਦਿੱਤਾ ਹੈ। ਉਹਨਾਂ ਦੇ ਇੱਕ ਰਿਸ਼ਤੇਦਾਰ ਪਟਿਆਲੇ ਰਹਿੰਦਾ ਸੀ। ਉਹ ਕਹਿੰਦਾ ਵੀ ਤੁਸੀਂ ਬਾਬਾ ਜੀ ਕੋਲੇ ਜਾਓ, ਜਿਹਨਾਂ ਤੁਸੀਂ ਮੰਨਦੇ ਹੋ, ਅਤੇ ਉਹਨਾਂ ਨਾਲ ਦੱਸੋ
ਵੀ ਡਾਕਟਰਾਂ ਨੇ ਜਵਾਬ ਦਿੱਤਾ ਵੀ ਅਸੀਂ ਹੁਣ ਕੀ ਕਰੀਏ। ਮੈਂ ਗੁਰੂ ਮਹਾਰਾਜ ਪੁੱਛਿਆ, ਗੁਰੂ ਮਰ ਗਿਆ, ਅਜੇ ਤਾਂ ਇਹਦੀ ਬਹੁਤ ਉਮਰ ਰਹਿੰਦੀ ਹੈ। ਇਹ ਨਾ ਫੋਰਟਿਸ ਤੋਂ ਠੀਕ ਹੋਵੇਗਾ। ਮੋਹਾਲੀ ਦੇ ਵਿੱਚ ਫੋਰਟਿਸ ਹਸਪੀਟਲ ਹੈ, ਇਹ ਉੱਥੋਂ ਠੀਕ ਹੋਏਗਾ। ਉਹਨੇ ਟੈਲੀਫੋਨ ਕਰਤਾ ਵੀ ਤੁਸੀਂ PGI ਤੋਂ ਛੁੱਟੀ ਲੈ ਲਓ, ਬੱਚੇ ਦੀ ਫੋਰਟਿਸ ਦਾਖਲ ਕਰਾ ਦਿਓ। ਬੱਚਾ 10 ਦਿਨ ਫੋਰਟਿਸ ਰਿਹਾ, ਤੰਦਰੁਸਤ ਹੋ ਕੇ ਵਾਪਸ ਅੰਮ੍ਰਿਤਸਰ ਚਲੇ ਗਏ। ਹੋ ਗਏ ਨਾ ਕਰਮਾਤ। ਇਹ ਬਖਸ਼ਿਸ਼ ਹੈ। ਪਰਮਾਤਮਾ ਕਈ ਵਾਰੀ ਬਖਸ਼ਿਸ਼ਾਂ ਕਰਦਾ ਹੁੰਦਾ। ਅਮਰੀਕਾ 2 ਸਾਲਾਂ ਦੀ ਗੱਲ ਹੈ, ਇੱਕ ਲੇਡੀ ਨੇ ਆਪਣੇ ਸਾਰੀ ਚੈੱਕਅਪ ਕਰਾਈ, ਵਿਆਹੀ ਹੋਈ। ਵੱਡੇ ਵੱਡੇ ਡਾਕਟਰਾਂ ਨੇ ਜਵਾਬ ਦਿੱਤਾ, ਬੀਬੀ ਤੇਰੇ ਘਰ ਬੱਚਾ ਨਹੀਂ ਹੋ ਸਕਦਾ। ਜਵਾਬ ਦਿੱਤਾ, ਜਿਹੜੇ ਵੱਡੇ ਵੱਡੇ ਡਾਕਟਰ ਉਹਨੇ ਜਵਾਬ ਦਿੱਤਾ, ਤੇਰੇ ਘਰ ਬੱਚਾ ਨਹੀਂ ਹੋ ਸਕਦਾ। ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ, ਮੈਂ ਗੁਰੂ ਮਹਾਰਾਜ ਪੁੱਛਿਆ, ਗੁਰੂ ਮਹਾਰਾਜ ਕੇ ਬੱਚਾ ਹੋ ਸਕਦਾ? ਮੈਂ ਕਿਹਾ ਜੀ ਬੱਚਾ ਹੋ ਸਕਦਾ ਹੈ, ਆਹ ਪਾਠ ਕਰੋ 40 ਦਿਨ। ਉਹਨਾਂ 40 ਦਿਨ ਪਾਠ ਕੀਤਾ, ਪ੍ਰੈਗਨੈਂਸੀ ਨਹੀਂ ਹੋਈ। ਮੈਂ ਫਿਰ ਗੁਰੂ ਮਹਾਰਾਜ ਪੁੱਛਿਆ, ਕਹਿੰਦੇ ਨਹੀਂ ਐਤਕੀ ਹੋ ਜਾਏਗੀ। ਮੈਂ 40 ਦਿਨ ਹੋਰ ਪਾਠ ਕਰੋ, ਉਹ ਪ੍ਰੈਗਨੈਂਸੀ ਹੋ ਗਈ, ਬੇਬੀ ਦੀ ਕੁੱਖ ਹਰੀ ਹੋ ਗਈ। ਬੜੀ ਖੁਸ਼ੀ ਹੋਈ। ਉਹਨਾਂ ਮੈਨੂੰ ਦੱਸਿਆ ਜੀ ਵੀ ਅਸੀਂ ਚੈੱਕ ਕਰਾ ਲਿਆ ਜੀ, ਹਾਂ ਪ੍ਰੈਗਨੈਂਸੀ ਹੈ। ਮੈਂ ਪਾਠ ਬਦਲਤਾ, ਮੈਂ ਹੁਣ ਆਹ ਪਾਠ ਕਰੋ ਤਾਂ ਜੋ ਅਬੋਰਸ਼ਨ ਨਾ ਹੋ ਜਾਏ, ਬੱਚਾ ਠੀਕ ਠਾਕ ਹੋਵੇ। ਸਮਾਂ ਪਾ ਕੇ ਲੜਕੀ ਹੋਈ। ਜੋ ਕੁਝ ਦਿਨਾਂ ਦੀ ਲੜਕੀ ਹੋਈ, ਉਹ ਲੈ ਕੇ ਉਹਨਾਂ ਡਾਕਟਰਾਂ ਕੋਲੇ ਗਏ ਜਿਹੜੇ ਕਹਿੰਦੇ ਸੀ ਤੇਰੇ ਬੱਚਾ ਹੋ ਹੀ ਨਹੀਂ ਸਕਦਾ। ਡਾਕਟਰ ਵੇਖ ਕੇ ਕਹਿੰਦੇ, ਉਹਨਾਂ ਦੇ ਮੂੰਹ 'ਚ ਇੱਕਦਮ ਨਿਕਲਿਆ, ਕਹਿੰਦੇ ਮਿਰਾਕਲ ਹੋ ਗਿਆ। ਕਰਾਮਾਤ ਨੂੰ ਇੰਗਲਿਸ਼ ਹੀ ਕਹਿੰਦੇ ਨੇ, ਮਿਰਾਕਲ। ਕਹਿੰਦੇ ਤੇ ਕਰਾਮਾਤ ਹੋ ਗਈ ਹੈ। ਇਹ ਕਿਵੇਂ ਹੋ ਗਿਆ ਹੈ? ਇਹ ਕਰਮਾਤ ਹੈ। ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਨਾ, ਫਿਰ ਚਿੱਤ ਚੇਤਾ ਵੀ ਨਹੀਂ ਹੁੰਦਾ ਵੀ ਆਹ ਵੀ ਹੋ ਜਾਏਗਾ, ਉਹ ਵੀ ਹੋ ਜਾਂਦਾ। ਜਿਹੜਾ ਆਪਣੇ ਯਤਨਾਂ ਨਾਲ ਚੀਜ਼ ਪ੍ਰਾਪਤ ਕੀਤੀ ਹੁੰਦੀ ਹੈ, ਕਹਿੰਦੇ ਉਹ ਦਾਤ ਨਹੀਂ ਹੁੰਦੀ, ਉਹ ਬਖਸ਼ਿਸ਼ ਨਹੀਂ ਹੁੰਦੀ, ਉਹ ਕਰਮਾਤ ਨਹੀਂ ਹੁੰਦੀ, ਉਹ ਤਾਂ ਆਪ ਮਿਹਨਤ ਕਰਕੇ ਪ੍ਰਾਪਤ ਕੀਤੀ ਹੈ। ਜਿਹੜੀ ਵੈਸੇ ਪਰਮਾਤਮਾ ਖੁਸ਼ ਹੋ ਕੇ ਦਿੰਦਾ ਹੈ, ਅਸਲ 'ਚ ਉਹ ਹੁੰਦਾ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਤੁਠੈ ਤਾਂ ਖੁਸ਼ ਹੋਣਾ, ਪ੍ਰਸੰਨ ਹੋਣਾ। ਮਾਲਕ ਦੇ, ਸਾਹਿਬ ਦੇ, ਪਰਮਾਤਮਾ ਦੇ ਪ੍ਰਸੰਨ ਹੋਣ ਨਾਲ ਜੋ ਮਿਲਦਾ, ਅਸਲ 'ਚ ਉਹ ਕਰਮਾਤ ਹੈ, ਅਸਲ 'ਚ ਉਹ ਦਾਤ ਹੈ, ਅਸਲ 'ਚ ਉਹ ਬਖਸ਼ਿਸ਼ ਹੈ। ਜਿਹੜਾ ਪਰਮਾਤਮਾ ਖੁਸ਼ ਹੋ ਕੇ ਦੇਵੇ, ਮੰਗਿਆ ਨਹੀਂ, ਉਹਨੇ ਖੁਸ਼ ਹੋ ਕੇ ਦੇਤਾ। ਮੈਂ ਦੇਖਿਆ ਮਾਂ ਪਿਓ ਕਈ ਵਾਰੀ ਬਾਜ਼ਾਰ ਜਾਂਦੇ ਨੇ, ਬੱਚੇ ਨੇ ਹਾਲਾਂਕਿ ਕੋਈ ਚੀਜ਼ ਮੰਗੀ ਨਹੀਂ ਹੁੰਦੀ, ਪਰ ਉਹਨਾਂ ਨੂੰ ਚੀਜ਼ ਬਾਜ਼ਾਰ 'ਚ ਪਸੰਦ ਆਉਂਦੀ ਮਾਂ ਪਿਓ ਨੂੰ, ਉਹ ਬੱਚੇ ਲਈ ਖਰੀਦ ਕੇ ਲੈ ਜਾਂਦੇ ਨੇ ਅਤੇ ਉਹਨੂੰ ਦੇ ਦਿੰਦੇ ਨੇ। ਉਹਨੇ ਮੰਗੀ ਨਹੀਂ, ਮਾਂ ਪਿਓ ਨੇ ਖੁਸ਼ ਹੋ ਕੇ ਦਿੱਤੀ ਹੈ। ਇਹ ਦਾਤ ਹੈ, ਕਿਉਂਕਿ ਮੰਗੀ ਨਹੀਂ, ਉਹਦੇ ਲਈ ਕੋਈ ਯਤਨ ਨਹੀਂ ਬੱਚੇ ਨੇ ਕੀਤਾ, ਮਾਂ ਪਿਓ ਨੇ ਖੁਸ਼ ਹੋ ਕੇ ਉਹਨੂੰ ਚੀਜ਼ ਲਿਆ ਕੇ ਦੇ ਦਿੱਤੀ ਹੈ। ਇਸੇ ਤਰ੍ਹਾਂ ਪਰਮਾਤਮਾ ਵੀ ਕਈ ਵਾਰੀ ਸਾਡੇ ਕੰਮ 'ਤੇ, ਸਾਡੀ ਭਜਨ ਬੰਦਗੀ 'ਤੇ ਆਪ ਹੀ ਖੁਸ਼ ਹੋ ਕੇ ਸਾਨੂੰ ਐਸੀ ਦਾਤ ਦੇ ਦਿੰਦਾ ਜਿਹਦੀ ਸਾਨੂੰ ਉਮੀਦ ਵੀ ਨਹੀਂ ਹੁੰਦੀ, ਚਿੱਤ ਚੇਤਾ ਵੀ ਨਹੀਂ ਹੁੰਦਾ, ਚਿੱਤ ਚੇਤਾ ਵੀ ਨਹੀਂ ਹੁੰਦਾ। ਤੁਸੀਂ ਭਜਨ ਬੰਦਗੀ ਕਰ ਰਹੇ, ਆਪਣੀ ਡਿਊਟੀ ਸਮਝ ਕੇ, ਪਰਮਾਤਮਾ ਨੇ ਅਚਾਨਕ ਤੁਹਾਡੀ ਦਿਵ ਦ੍ਰਿਸ਼ਟੀ ਖੋਲ੍ਹਤੀ। ਤੁਹਾਨੂੰ ਇੱਥੇ ਬੈਠਿਆਂ ਹੀ ਸਾਰੇ ਸੰਸਾਰ ਦੇ ਵਿੱਚ ਆਪਣੇ ਰਿਸ਼ਤੇਦਾਰ, ਦੋਸਤ ਜਿੱਥੇ ਜਿੱਥੇ ਬੈਠੇ ਨੇ, ਉਹ ਦਿਸਣੇ ਸ਼ੁਰੂ ਹੋ ਜਾਂਦੇ ਅਤੇ ਪਤਾ ਲੱਗਦਾ ਕੀ ਕਰ ਰਹੇ ਨੇ, ਕੀ ਕਰ। ਦਿਵ ਦ੍ਰਿਸ਼ਟੀ ਖੋਲ੍ਹਦੀ, ਇਹਨੂੰ ਕਹਿੰਦੇ ਕਰਮਾਤ। ਫਾਰਸੀ ਜਿਹਨੂੰ ਕਹਿੰਦੇ ਕਰਾਮਾਤ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੇ। ਪਰਮਾਤਮਾ ਖੁਸ਼ ਹੋ ਕੇ ਜੋ ਦੇਵੇ, ਅਸਲ 'ਚ ਉਹ ਕਰਮਾਤ ਹੈ, ਅਸਲ ਵਿੱਚ ਉਹ ਦਾਤ ਹੈ, ਅਸਲ ਵਿੱਚ ਉਹ ਬਖਸ਼ਿਸ਼ ਹੈ।
ਅਸੀਂ ਸਿਰਫ ਆਪਣੀ ਡਿਊਟੀ ਕਰਦੇ ਰਹਿਣਾ ਹੈ। ਜਿਵੇਂ ਨਿਤਨੇਮ ਹੈ, ਇਹ ਹਰ ਇੱਕ ਸਿੱਖ ਦਾ ਫਰਜ਼ ਹੈ। ਸਿੱਖ ਨੇ ਤੇ ਬਦਲੇ ਮੰਗਣਾ ਕੁਛ ਨਹੀਂ ਹੈ। ਉਹ ਸਿੱਖ ਹੈ ਤੇ ਸਿੱਖ ਨੂੰ ਹੁਕਮ ਹੈ ਤੂੰ ਨਿਤਨੇਮ ਕਰਨਾ, ਇਹ ਤੇ ਉਹਦਾ ਹੁਕਮ ਹੈ। ਹੋਰ ਪਾਠ ਜਿੰਨਾ ਅਸੀਂ ਕਰੀਏ ਨਾ ਕਰੀਏ, ਗੁਰੂ ਮਹਾਰਾਜ ਨਾਰਾਜ਼ ਨਹੀਂ ਹੁੰਦੇ, ਪਰ ਜੇ ਨਿਤਨੇਮ ਨਹੀਂ ਕਰਦੇ ਫਿਰ ਉਹ ਨਾਰਾਜ਼ ਹੈ। ਤੂੰ ਕਾਹਦਾ ਸਿੱਖ ਹੈ? ਤੂੰ ਮੇਰਾ ਕਾਹਦਾ ਸਿੱਖ ਹੈ? ਤੂੰ ਤੇ ਨਿਤਨੇਮ ਹੀ ਨਹੀਂ ਕਰਦਾ। ਨਿਤਨੇਮ ਹਰ ਇੱਕ ਸਿੱਖ ਲਈ ਜ਼ਰੂਰੀ ਹੈ। ਹਾਂ, ਉਹ ਬਿਮਾਰ ਹੋ ਗਿਆ ਹੈ, ਕੋਈ ਹੋਰ ਸਮੱਸਿਆ ਹੋ ਗਈ ਹੈ, ਉਹ ਕਰ ਨਹੀਂ ਸਕਦਾ, ਉਹ ਗੱਲ ਵੱਖਰੀ ਹੈ, ਪਰ ਚੰਗਾ ਭਲਾ ਹੈ ਤੇ ਨਹੀਂ ਕਰਦਾ। ਨਿਤਨੇਮ ਕਰਨਾ ਹੀ ਕਰਨਾ। ਉਹ ਕੰਮ ਜਿਹੜਾ ਨੇਮ ਅਨੁਸਾਰ ਹਰ ਰੋਜ਼ ਕੀਤਾ ਜਾਵੇ, ਨਿਤਨੇਮ। ਹਰ ਇੱਕ ਸਿੱਖ ਨੇ ਸਵੇਰੇ 5 ਬਾਣੀਆਂ ਦਾ ਪਾਠ ਕਰਨਾ, ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਰਹਿ ਰਾਸ ਦਾ ਪਾਠ ਕਰਨਾ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਸੋਹਲੇ ਸਾਹਿਬ ਦਾ ਪਾਠ ਕਰਨਾ। ਕਈ ਵਾਰੀ ਆਪਣੇ ਰੋਟੀ ਪਾਣੀ ਅੱਗੇ ਪਿੱਛੇ ਹੋ ਜਾਂਦਾ ਹੈ, ਤੁਸੀਂ ਰਹਿ ਰਾਸ ਤੇ ਸੋਹਲੇ ਸਾਹਿਬ ਦਾ ਪਾਠ ਇਕੱਠਾ ਵੀ ਕਰ ਸਕਦੇ ਹੋ। ਰੋਟੀ ਪਾਣੀ ਤੁਸੀਂ ਖਾ ਲਿਆ ਹੈ, ਹੁਣ ਤੁਸੀਂ ਵਿਹਲੇ ਹੋ ਗਏ ਹੋ, ਰਹਿ ਰਾਸ ਕਰ ਲਓ, ਨਾਲ ਹੀ ਸੋਹਲੇ ਸਾਹਿਬ ਦਾ ਪਾਠ ਕਰ ਲਓ। ਇਹ 7 ਬਾਣੀਆਂ ਦਾ ਪਾਠ ਹਰ ਇੱਕ ਸਿੱਖ ਨੇ ਕਰਨਾ ਹੁੰਦਾ ਹੈ। ਇਹਦੇ ਬਦਲੇ ਕੁਛ ਨਹੀਂ ਮੰਗੀਦਾ ਹੁੰਦਾ, ਇਹ ਤਾਂ ਸਾਨੂੰ ਹੁਕਮ ਹੈ। ਹਾਂ, ਹੋਰ ਜੋ ਪਾਠ ਤੁਸੀਂ ਕਰ ਰਹੇ ਹੋ ਉਹਦੇ ਬਦਲੇ ਜੋ ਮਰਜ਼ੀ ਮੰਗੋ। ਸਿੱਖ ਨੇ ਗੁਰੂ ਤੋਂ ਹੀ ਮੰਗਣਾ, ਸਿੱਖ ਨੇ ਹੋਰ ਕਿਸ ਤੋਂ ਮੰਗਣਾ? ਭਾਵੇਂ ਗੁਰਬਾਣੀ ਲਿਖਿਆ ਮੰਗਣ ਦੀ ਲੋੜ ਨਹੀਂ, ਬਿਨ ਬੋਲਿਆਂ ਸਭ ਕੁਛ ਜਾਣਦਾ। ਠੀਕ ਆ, ਜਾਣਦਾ ਹੈ, ਪਰ ਫਿਰ ਵੀ ਇਹ ਖਲੇ ਕੀਚੇ ਅਰਦਾਸ, ਫਿਰ ਵੀ ਖਲੋ ਕੇ ਅਰਦਾਸ ਕਰਨੀ ਚਾਹੀਦੀ। ਸੱਚੇ ਪਾਤਸ਼ਾਹ ਆ ਬਖਸ਼ਿਸ਼ ਕਰੋ, ਮੈਨੂੰ ਇਸ ਚੀਜ਼ ਦੀ ਲੋੜ ਹੈ, ਕਿਰਪਾ ਕਰੋ, ਇਹ ਦਾਤ ਦਿਓ। ਅਸੀਂ ਮੰਗ ਸਕਦੇ ਹਾਂ, ਗੁਰੂ ਤੋਂ ਹੀ ਮੰਗਣਾ ਸਿੱਖ ਨੇ, ਹੋਰ ਕਿਸ ਤੋਂ ਮੰਗਣਾ? ਕਿਉਂਕਿ ਜਾਂ ਪਰਮਾਤਮਾ ਦਾਤਾ ਹੈ, ਜਾਂ ਗੁਰੂ ਦਾਤਾ ਹੈ, ਜਾਂ ਕੋਈ ਬ੍ਰਹਮ ਗਿਆਨੀ ਸੰਤ ਮਹਾਤਮਾ ਦਾਤਾ ਹੈ। ਬਾਕੀ ਸਾਰੇ ਮੰਗਦੇ ਨੇ। ਸਾਧੂਆਂ ਕੋਲੇ ਵੀ ਲੋਕ ਮੰਗਣ ਹੀ ਜਾਂਦੇ ਨੇ। ਦਰਸ਼ਨ ਤੇ ਐਵੇਂ ਇੱਕ ਬਹਾਨਾ ਹੈ, ਦਰਸ਼ਨ ਤੇ ਇੱਕ ਬਹਾਨਾ ਹੈ। 2 ਸਾਲਾਂ ਦੀ ਗੱਲ ਹੈ, ਮੈਂ ਮੰਜੇ 'ਤੇ ਬੈਠਾ, ਇੱਕ ਬੰਦਾ ਆਇਆ। ਮੈਂ ਆਓ ਜੀ ਕਿਵੇਂ ਆਇਆ? ਕਹਿੰਦਾ ਜੀ ਦਰਸ਼ਨ ਕਰਨ ਆਇਆ। ਮੈਂ ਚੌਂਕੜੀ ਮਾਰ ਲਈ, ਚੌਂਕੜੀ ਮਾਰ ਕੇ ਮੈਂ ਸਿੱਧਾ ਬਹਿ ਗਿਆ। ਮਿੰਟ ਕੁ ਬਾਅਦ ਮੈਂ ਕਿਹਾ ਮੈਂ ਦਰਸ਼ਨ ਕਰ ਲਏ, ਹੁਣ ਜਾਓ। ਨਹੀਂ, ਕਹਿੰਦਾ ਮੈਂ ਤਾਂ ਫਲਾਣੇ ਕੰਮ ਆਇਆ। ਪਤਾ ਤੇ ਮੈਨੂੰ ਸੀ ਵੀ ਮੇਰੇ ਦਰਸ਼ਨਾਂ ਬਿਨਾਂ ਇਹਦਾ ਕੀ ਗੱਡਾ ਖੜਾ ਹੈ। ਜੋ ਵੀ ਆ ਰਿਹਾ ਆਪਣੇ ਸਵਾਰਥ ਲਈ ਆ ਰਿਹਾ ਹੈ। ਗੁਰਦੁਆਰੇ ਵਿੱਚ ਤੁਸੀਂ ਦਰਸ਼ਨ ਕਰਨ ਨਹੀਂ ਜਾਂਦੇ ਗੁਰੂ ਦੇ, ਆਪਣੇ ਰੋਣੇ ਧੋਣੇ ਧੋਣ ਜਾਂਦੇ ਉੱਥੇ। ਹੋਰ ਤੇ ਕੀ ਹੈ? ਸਵਾਦ ਤੇ ਤਾਂ ਹੈ ਜੇ ਕੋਈ ਕਹਿ ਦੇ ਹਾਂ ਜੀ ਮੈਂ ਮੱਥਾ ਟੇਕਦਾ ਤੇ ਕੁਛ ਨਹੀਂ ਮੰਗਦਾ, ਫਿਰ ਹੈ ਦਰਸ਼ਨ ਕਰਨੇ ਵੀ ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੋ ਗਈ, ਤੇਰੇ ਦਰਸ਼ਨ ਹੋਏ ਨੇ। ਬਸ ਹਰ ਬੰਦਾ ਕੁਝ ਮੰਗ ਰਿਹਾ ਹੈ, ਤੇ ਕਈ ਵਿਚਾਰਿਆਂ ਨੇ ਝੋਲੀ ਫੈਲਾਈ ਜਾਂਦੇ ਤੇ ਕਿੰਨੀ ਦੇਰ ਹੀ ਮੰਗਦੇ ਰਹਿੰਦੇ ਨੇ। ਮੈਂ ਪਤਾ ਨਹੀਂ, ਇਹਦੀ ਲਿਸਟ ਹੀ ਬੜੀ ਲੰਮੀ ਹੈ, ਇਹ ਲਿਸਟ ਹੀ ਬੜੀ ਲੰਮੀ ਹੈ। ਕਿੰਨੀ ਦੇਰ ਹੀ ਝੋਲੀ ਜੀ ਫੈਲਾਈ ਰੱਖਦੇ ਨੇ। ਇਸ ਲਈ ਹਰ ਬੰਦਾ ਜਿਹੜਾ ਜਾ ਰਿਹਾ ਕਿਸੇ ਸਾਧੂ ਕੋਲੇ, ਗੁਰੂ ਕੋਲੇ ਜਾ ਰਿਹਾ, ਸਵਾਰਥ ਦੀ ਖਾਤਰ ਜਾ ਰਿਹਾ। ਹੋ ਸਕਦਾ ਲੱਖ 'ਚ ਇੱਕ ਅੱਧਾ ਹੋਵੇ ਜਿਹੜਾ ਸਿਰਫ ਸ਼ੁਕਰਾਨੇ ਵਜੋਂ ਜਾ ਰਿਹਾ ਹੋਵੇ ਵੀ ਗੁਰੂ ਦੇ ਦਰਸ਼ਨ ਕਰਨੇ ਨੇ। ਉਹ ਤਾਂ ਬਹੁਤ ਘੱਟ ਨੇ, ਮੰਨੋ ਨਾ ਮੰਨੋ। ਨਹੀਂ ਤੇ ਹਰ ਬੰਦਾ ਗੁਰਦੁਆਰੇ, ਮੰਦਰ, ਮਸੀਤ ਜਿੱਥੇ ਵੀ ਜਾ ਰਿਹਾ ਕੁਝ ਮੰਗਣ ਜਾ ਰਿਹਾ ਹੈ, ਕਿਸੇ ਸਵਾਰਥ ਲਈ ਜਾ ਰਿਹਾ ਹੈ। ਸੋ ਗੱਲ ਚੱਲ ਰਹੀ ਸੀ ਕਰਮਾਤ ਦੀ, ਬਖਸ਼ਿਸ਼ ਦੀ, ਦਾਤ ਦੀ।
ਬਖਸ਼ਿਸ਼ ਦਾਤ ਕਰਮਾਤ ਉਹ ਹੁੰਦੀ ਜਿਹੜਾ ਪ੍ਰਮਾਤਮਾ ਆਪ ਖੁਸ਼ ਹੋ ਕੇ ਦੇਵੇ ਬਿਨਾਂ ਮੰਗੇ। ਅਸੀਂ ਮੰਗਿਆ ਨਹੀਂ, ਅਸੀਂ ਉਸ ਲਈ ਯਤਨ ਨਹੀਂ ਕੀਤਾ, ਪਰਮਾਤਮਾ ਨੇ ਖੁਸ਼ ਹੋ ਕੇ ਆਪ ਹੀ ਸਾਨੂੰ ਦੇ ਦਿੱਤਾ ਹੈ। ਤਾਂ ਕਹਿੰਦੇ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ। ਆਪ ਮਿਹਨਤ ਕਰਕੇ ਜੋ ਤੁਸੀਂ ਪ੍ਰਾਪਤ ਕਰੋਗੇ ਉਹ ਦਾਤ ਨਹੀਂ ਹੁੰਦੀ, ਉਹ ਤਾਂ ਤੁਸੀਂ ਮਿਹਨਤ ਕੀਤੀ, ਉਹਦੇ ਬਾਅਦ ਤੁਹਾਨੂੰ ਮਿਹਨਤਾਨਾ ਮਿਲ ਗਿਆ। ਨਾਨਕ ਸਾ ਕਰਮਾਤ, ਅਸਲ ਦਾਤ ਉਹ ਹੈ ਸਾਹਿਬ ਤੁਠੈ ਜੋ ਮਿਲੇ, ਜੋ ਪਰਮਾਤਮਾ ਖੁਸ਼ ਹੋ ਕੇ ਦੇਵੇ। ਮਹਿਲਾ ਦੂਜਾ। ਏਕ ਨੇਹੀ ਚਾਕਰੀ ਜਿਤ ਪਉ ਖਸਮ ਨ ਜਾਏ। ਨਾਨਕ ਸੇਵਕ ਕਾਂਢੀਐ, ਕੱਕੇ ਨੂੰ ਕੰਨਾ ਬਿੰਦੀ। ਕਾਢੀਐ ਹੁੰਦਾ ਕੱਢ ਦੇਣਾ, ਕਾਂਢੀਐ ਹੁੰਦਾ ਕਿਹਾ ਜਾਂਦਾ ਹੈ। ਖਿਆਲ ਰੱਖਣਾ ਪੜ੍ਹਨ ਵੇਲੇ। ਸੇਵਕ ਕਾਢੀਐ ਨਹੀਂ ਕਿਹਾ ਪੜ੍ਹਨਾ, ਕਾਢੀਐ ਤਾਂ ਹੁੰਦਾ ਕੱਢ ਦੇਣਾ, ਬਾਹਰ ਕੱਢ ਦੇਣਾ। ਕਾਂਢੀਐ ਕੱਕੇ ਨੂੰ ਕੰਨਾ ਬਿੰਦੀ, ਕਾਂਢੀਐ ਦਾ ਮਤਲਬ ਕਿਹਾ ਜਾਂਦਾ ਹੈ। ਨਾਨਕ ਸੇਵਕ ਕਾਂਢੀਐ ਜੇ ਸੇਤੀ ਖਸਮ ਸਮਾਏ। ਕਹਿੰਦੇ ਇਹ ਕਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ। ਉਹ ਕਾਹਦੀ ਸੇਵਾ ਜੇ ਮਾਲਕ ਦਾ ਡਰ ਹੀ ਨਾ ਖਤਮ ਹੋਇਆ। ਹਰ ਵਕਤ ਮਾਲਕ ਤੋਂ ਡਰਦਾ ਰਹੇ, ਪਿਆਰ ਨਹੀਂ ਹੁੰਦਾ। ਇਹ ਨੌਕਰੀ ਤਾਂ ਹੋ ਸਕਦੀ ਹੈ, ਨੌਕਰ ਕਈ ਵਾਰ ਮਾਲਕ ਤੋਂ ਡਰਦਾ ਹੈ। ਮੈਂ ਕਈ ਵਾਰ ਦੇਖੇ ਕਈ ਕਰਮਚਾਰੀ ਨੇ, ਅਫਸਰ ਬੈਠਾ ਦਫ਼ਤਰ 'ਚ ਕੰਮ ਕਰਦੇ ਨੇ, ਅਫਸਰ ਜੇ ਕਿਤੇ ਬਾਹਰ ਚਲੇ ਗਏ ਕੰਮ ਛੱਡ ਕੇ ਗੱਪਾਂ ਮਾਰਨ ਲੱਗ ਜਾਣ। ਇਹਦਾ ਮਤਲਬ ਅਫਸਰ ਤੋਂ ਡਰ ਕੇ ਕੰਮ ਕਰਦੇ ਨਹੀਂ, ਉਹ ਪਿਆਰ ਨਹੀਂ ਹੈ, ਉਹ ਸੇਵਾ ਨਹੀਂ ਹੈ। ਏਕ ਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ। ਨਹੀਂ, ਮਾਲਕ ਤੋਂ ਡਰਨਾ ਨਹੀਂ ਹੈ, ਸਗੋਂ ਮਾਲਕ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਉਹਦੇ ਪਿਆਰ ਚਾਹ ਕੇ ਕੰਮ ਕਰੋ, ਡਰ ਕੇ ਨਾ ਕਰੋ। ਨਾਨਕ ਸੇਵਕ ਕਾਂਢੀ ਹੈ। ਅਸਲ ਸੇਵਕ ਉਹੀ ਕਿਹਾ ਜਾਂਦਾ ਹੈ ਜਿਹੜਾ ਸੇਤੀ ਖਸਮ ਸਮਾਏ, ਜਿਹੜਾ ਮਾਲਕ ਦੇ ਨਾਲ ਹੀ ਮਿਲ ਜਾਵੇ, ਜਿਹਦਾ ਸੁਭਾਅ ਮਾਲਕ ਵਰਗਾ ਹੋ ਜਾਵੇ। ਅਸਲ ਉਹ ਸੇਵਕ ਹੁੰਦਾ। ਅਸੀਂ ਆਪਣੇ ਸੁਭਾਅ ਨੂੰ ਗੁਰੂ ਮਹਾਰਾਜ ਅਨੁਸਾਰ ਕਰਨਾ। ਗੁਰੂ ਮਹਾਰਾਜ ਦਾ ਸੁਭਾਅ ਪਰਮਾਤਮਾ ਅਨੁਸਾਰ ਹੁੰਦਾ ਹੈ, ਤਾਂ ਹੀ ਪਰਮਾਤਮਾ ਨੇ ਤੇ ਬਖਸ਼ਿਸ਼ਾਂ ਕਰਦਾ। ਗੁਰੂ ਦਾ ਸੁਭਾਅ ਪਰਮਾਤਮਾ ਵਰਗਾ ਹੁੰਦਾ ਤੇ ਸਿੱਖ ਦਾ ਸੁਭਾਅ ਗੁਰੂ ਵਰਗਾ ਹੋਣਾ ਚਾਹੀਦਾ ਹੈ, ਤਾਂ ਹੀ ਮੇਲ ਹੋਵੇਗਾ ਨਾ। ਜੇ ਸੁਭਾਅ ਹੀ ਨਹੀਂ ਮਿਲਦੇ ਕਿਵੇਂ ਨਿਭੇਗੀ? ਪਤੀ ਪਤਨੀ ਹੈ, ਉਹਨਾਂ ਚਿਰ ਹੀ ਨਿਭਦੀ ਹੈ ਜਿੰਨਾ ਚਿਰ ਦੋਨਾਂ ਦਾ ਸੁਭਾਅ ਇੱਕੋ ਜਿਹਾ। ਜਦੋਂ ਸੁਭਾਵਾਂ 'ਚ ਫਰਕ ਪੈਂਦਾ ਉਹਦੀ ਪਤਾ ਜਦ ਤਲਾਕ ਹੋ ਗਿਆ ਜੀ, ਸੁਭਾਅ ਹੀ ਨਹੀਂ ਮਿਲੇ, ਸੁਭਾਅ ਨਹੀਂ ਮਿਲੇ। ਅਸੀਂ ਆਪਣੇ ਸੁਭਾਅ ਨੂੰ ਗੁਰੂ ਦੇ ਸੁਭਾਅ ਨਾਲ ਮਿਲਾਉਣਾ ਹੈ, ਗੁਰੂ ਮਹਾਰਾਜ ਵਰਗਾ ਸੁਭਾਅ ਆਪਣਾ ਕਰਨਾ ਹੈ। ਉਹ ਤਾਂ ਹੋਏਗਾ ਜੇ ਅਸੀਂ ਗੁਰਬਾਣੀ ਅਨੁਸਾਰ ਜੀਵਨ ਜੀਵਾਂਗੇ। ਗੁਰਬਾਣੀ ਅਨੁਸਾਰ ਜਿਉਂ-ਜਿਉਂ ਸਾਡਾ ਜੀਵਨ ਹੋਈ ਜਾਏਗਾ ਤਿਉਂ-ਤਿਉਂ ਸਾਡਾ ਸੁਭਾਅ ਗੁਰੂ ਮਹਾਰਾਜ ਵਰਗਾ ਹੋਈ ਜਾਏਗਾ। ਜਿਉਂ-ਜਿਉਂ ਸੁਭਾਅ ਮਿਲੀ ਜਾਏਗਾ ਆਪਸੀ ਪਿਆਰ ਵੱਧਦਾ ਜਾਏਗਾ। ਪੌੜੀ। ਨਾਨਕ ਅੰਤ ਨ ਜਾਪਨੀ, ਹਰ ਤਾਕੇ ਪਾਰਾਵਾਰ। ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਇੱਕ ਨਾ ਗਲੀ, ਲੱਲੇ ਨੂੰ ਬਿਹਾਰੀ ਬਿੰਦੀ ਗਲੀ ਗਲਾਂ ਵਿੱਚ। ਜੰਜ਼ੀਰੀਆਂ, ਦੂਜੇ ਜੱਜੇ ਦੇ ਪੈਰ 'ਚ ਬਿੰਦੀ ਲਾਣੀ ਹੈ। ਜੰਜ਼ੀਰੀ ਫਾਰਸੀ ਦਾ ਸ਼ਬਦ ਹੈ, ਇਹ ਜੰਜੀਰੀਆਂ ਨਹੀਂ ਬੋਲਣਾ ਇਸ ਨੂੰ। ਦੂਜੇ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਜੰਜ਼ੀਰੀਆਂ। ਜੰਜ਼ੀਰੀਆਂ ਸੰਗਲੀਆਂ ਜਿਹਨੂੰ ਕਹਿੰਦੇ, ਜੰਜੀਰਾਂ। ਇੱਕ ਨਾ ਗਲੀ ਜੰਜ਼ੀਰੀਆਂ, ਇੱਕ ਤੁਰੀ। ਤੁਰੀ ਇੱਕ ਵਚਨ ਹੁੰਦਾ ਘੋੜਾ। ਤੁਰੀ ਰਾਰਨ ਬਿਹਾਰੀ ਬਿੰਦੀ ਘੋੜੇ।
ਇੱਕ ਤੁਰੀ ਚੜ੍ਹੈ ਵਿਸਿਆਰ, ਆਪ ਕਰਾਏ ਕਰੇ ਆਪ, ਹੋਂ ਕੈ ਸਿਉ ਕਰੀ ਪੁਕਾਰ। ਹੋਂ ਆ ਗਏ ਇਸ ਲਈ ਕਰੀ ਨਹੀਂ ਹੋਵੇਗਾ, ਕਰੀ ਹੋਵੇਗਾ। ਕਰਦਾ ਹਾਂ, ਹੋਂ ਕੈ ਸਿਉ ਕਰੀ ਪੁਕਾਰ। ਨਾਨਕ ਕਰਨਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਨਾਨਕ ਅੰਤ ਨ ਜਾਪਨੀ, ਹਰ ਤਾਕੇ ਪਾਰਾਵਾਰ। ਪਰਮਾਤਮਾ ਦੇ ਪਾਰਾਵਾਰ ਦਾ ਮਤਲਬ ਦੋ ਸ਼ਬਦਾਂ ਤੋਂ ਬਣਿਆ, ਪਾਰ ਉਰਵਾਰ। ਪਰਲਾ ਬੰਨਾ, ਉਰਵਾਰ ਉਰਲਾ ਬੰਨਾ। ਪਰਮਾਤਮਾ ਦੇ ਉਰਲੇ ਅਤੇ ਪਰਲੇ ਬੰਨੇ ਦਾ ਅੰਤ ਹੀ ਨਹੀਂ ਪਤਾ, ਅੰਤ ਨਹੀਂ ਪਤਾ ਲੱਗ ਸਕਦਾ ਵੀ ਪਰਮਾਤਮਾ ਕਿੱਥੋਂ ਸ਼ੁਰੂ ਹੋਇਆ ਕਿ ਕਿੱਥੇ ਜਾ ਕੇ ਮੁੱਕਿਆ, ਉਹ ਕੋਈ ਅੰਤ ਨਹੀਂ ਜਾਣ ਸਕਦਾ। ਨਾਨਕ ਅੰਤ ਨਾ ਜਾਪਨੇ। ਪਰਮਾਤਮਾ ਨੇ ਜੋ ਕੀਤਾ ਹੈ ਉਹਦਾ ਅੰਤ ਨਹੀਂ ਪਤਾ ਲੱਗ ਸਕਦਾ, ਉਹਦੇ ਪਾਰਾਵਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ। ਆਪ ਕਰਾਏ ਸਾਖਤੀ। ਸਾਖਤੀ ਹੁੰਦਾ ਕਿਸੇ ਨੂੰ ਜਨਮ ਦੇਣਾ, ਪੈਦਾ ਕਰਨਾ। ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਮਾਰ ਹੁੰਦਾ ਮਾਰਨਾ। ਪਰਮਾਤਮਾ ਪੈਦਾ ਕਰਨ ਵਾਲਾ ਵੀ ਹੈ ਅਤੇ ਪਰਮਾਤਮਾ ਮਾਰਨ ਵਾਲਾ ਵੀ ਹੈ। ਪੈਦਾ ਕਰਨ ਵਾਲਾ ਵੀ ਉਹੀ ਹੈ, ਮਾਰਨ ਵਾਲਾ ਵੀ ਉਹੀ ਹੈ। ਇੱਕ ਨਾ ਗਲੀ ਜੰਜ਼ੀਰੀਆਂ, ਕਈ ਗੁਲਾਮ ਹੁੰਦੇ ਨੇ ਵਿਚਾਰੇ, ਗਲਾਂ 'ਚ ਸੰਗਲੀਆਂ ਪਾਈਆਂ ਹੁੰਦੀਆਂ ਨੇ, ਗੁਲਾਮ ਨੇ ਨਾ। ਇੱਕ ਨਾ ਗਲੀ ਜੰਜ਼ੀਰੀਆਂ, ਇੱਕ ਤੁਰੀ ਚੜ੍ਹੈ ਵਿਸਿਆਰ। ਵਿਸਿਆਰ ਮੈਨੇ ਬਹੁਤ, ਅਤੇ ਕਈ ਨੇ ਕਈ ਘੋੜਿਆਂ 'ਤੇ ਚੜ੍ਹੇ ਫਿਰਦੇ ਨੇ। ਇੱਕ ਅੱਧਾ ਘੋੜੇ, ਕਈ ਘੋੜੇ ਰੱਖੇ ਹੋਏ ਨੇ। ਕਈਆਂ ਦੇ ਗਲਾਂ 'ਚ ਸੰਗਲੀਆਂ ਪਈਆਂ ਹੋਈਆਂ ਹਨ, ਗੁਲਾਮ ਨੇ ਉਹ, ਗਰੀਬ ਨੇ ਉਹ, ਗਰੀਬੀ ਦੀਆਂ ਸੰਗਲੀਆਂ ਪਈਆਂ ਹੋਈਆਂ ਨੇ। ਅਤੇ ਕਈ ਇੰਨੇ ਅਮੀਰ ਨੇ ਕਿ ਕਈ ਘੋੜੇ ਰੱਖੇ ਹੋਏ ਨੇ। ਉਦੋਂ ਕਾਰਾਂ ਨਹੀਂ ਸਨ ਹੁੰਦੀਆਂ, ਨਹੀਂ ਤਾਂ ਸ਼ਬਦ ਕਾਰ ਆ ਜਾਣਾ ਸੀ ਵੀ ਕਾਰਾਂ 'ਤੇ ਚੜ੍ਹਦੇ ਨੇ। ਉਦੋਂ ਸਭ ਤੋਂ ਵੱਡੀ ਸਵਾਰੀ ਘੋੜਾ ਹੀ ਹੋਇਆ ਕਰਦੇ ਸੀ। ਰਾਜੇ ਮਹਾਰਾਜੇ ਹਾਥੀਆਂ 'ਤੇ ਚੜ੍ਹਦੇ ਸਨ, ਅਮੀਰ ਲੋਕ ਘੋੜੀਆਂ 'ਤੇ ਚੜ੍ਹਦੇ ਸਨ। ਇੱਕ ਮੈਨੇ ਕਈ, ਜਦੋਂ ਕੱਕੇ ਨੂੰ ਸਿਹਾਰੀ ਲੱਗਦੀ, ਇੱਕ ਇਹ ਬਹੁਵਚਨ ਹੋ ਜਾਂਦਾ ਹੈ। ਇੱਕ ਤੁਰੀ ਚੜ੍ਹੈ ਵਿਸਿਆਰ। ਵਿਸਿਆਰ ਮੈਨੇ ਬਹੁਤ, ਅਤੇ ਕਈ ਐਸੇ ਨੇ ਜੇ ਬਹੁਤ ਘੋੜਿਆਂ 'ਤੇ ਚੜ੍ਹਦੇ ਹਨ। ਭਾਵ ਅਮੀਰ ਨੇ, ਕਿਸੇ ਚੀਜ਼ ਦੀ ਕਮੀ ਨਹੀਂ, ਆਵਾਜਾਈ ਦੇ ਬਹੁਤ ਸਾਧਨ ਨੇ, ਅਤੇ ਕਈਆਂ ਦੇ ਮੁਸੀਬਤਾਂ ਦੀਆਂ, ਗਰੀਬੀ ਦੀਆਂ ਗਲਾਂ 'ਚ ਜੰਜ਼ੀਰੀਆਂ ਪਈਆਂ ਹੋਈਆਂ ਹਨ। ਆਪ ਕਰਾਏ ਕਰੇ ਆਪ, ਹੋਂ ਕੈਸਿਉ ਕਰੀ ਪੁਕਾਰ। ਪਰਮਾਤਮਾ ਆਪ ਹੀ ਕਰਨ ਵਾਲਾ ਹੈ, ਆਪ ਹੀ ਜੀਵ ਤੋਂ ਕਰਾਉਣ ਵਾਲਾ ਹੈ। ਕਹਿੰਦੇ ਮੈਂ ਕਿਹਦੇ ਅੱਗੇ ਪੁਕਾਰ ਕਰਾਂ। ਜੇ ਤਾਂ ਕੋਈ ਬੰਦਾ ਕਰਨ ਕਰਾਉਣ ਵਾਲਾ ਹੋਵੇ ਫਿਰ ਤਾਂ ਮੈਂ ਉਹਦੇ ਅੱਗੇ ਜਾ ਕੇ ਪੁਕਾਰ ਕਰਾਂ। ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੈ, ਜੋ ਉਹਨੇ ਕਰਨਾ ਉਹ ਕਰ ਰਿਹਾ, ਜੋ ਕੁਝ ਕਰਨਾ ਸੋ ਕਰ ਰਿਹਾ। ਉਹ ਕਰਨ ਵਾਲਾ ਵੀ ਹੈ, ਉਹ ਕਰਾਉਣ ਵਾਲਾ ਵੀ ਹੈ। ਆਪ ਕਰਾਏ ਕਰੇ ਆਪ, ਆਪ ਹੀ ਜੀਵ ਤੋਂ ਕਰਮ ਕਰਾਉਂਦਾ, ਆਪ ਹੀ ਕਰਦਾ। ਹੋਂ ਮੈਂ ਕੈ ਕਿਸ ਸਿਉ ਅੱਗੇ ਕਰੀ ਕਰਾਂ ਪੁਕਾਰ। ਮੈਂ ਕਿਸ ਅੱਗੇ ਪੁਕਾਰ ਕਰਾਂ। ਕਰਨ ਵਾਲਾ ਸਭ ਕੋਈ ਪਰਮਾਤਮਾ ਹੈ। ਇਸ ਲਈ ਜਿਹੜੀ ਪੁਕਾਰ ਕਰਨੀ ਪਰਮਾਤਮਾ ਅੱਗੇ ਕਰਨੀ, ਕਿਉਂਕਿ ਉਹੀ ਕਰਨ ਕਰਾਉਣ ਵਾਲਾ ਹੈ। ਨਾਨਕ ਕਰਨਾ ਜਿਨ ਕੀਆ। ਕਰਨਾ ਮੈਨੇ ਸ੍ਰਿਸ਼ਟੀ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਨਾ, ਫਿਰ ਤਿਸ ਹੀ ਕਰਨੀ ਸਾਰ। ਸਾਰ ਮੈਨੇ ਸੰਭਾਲ, ਫਿਰ ਸੰਭਾਲ ਵੀ ਉਹੀ ਕਰਦਾ। ਹੁਣ ਸ੍ਰਿਸ਼ਟੀ ਉਸਨੇ ਬਣਾਈ ਹੈ, 84 ਲੱਖ ਜੂਨੀਆਂ ਦੇ ਜੀਵ ਉਸਨੇ ਬਣਾਏ ਹਨ, ਫਿਰ ਸਭ ਦੀ ਸੰਭਾਲ ਵੀ ਉਸੇ ਨੇ ਹੀ ਕਰਨੀ ਹੈ। ਤੁਸੀਂ ਬੱਚੇ ਪੈਦਾ ਕੀਤੇ ਨੇ, ਤੁਸੀਂ ਹੀ ਬੱਚਿਆਂ ਨੂੰ ਸਾਂਭੋਗੇ ਨਾ। ਹਾਂ ਤੁਸੀਂ ਨਾ ਰਹੋ,
ਬੱਚੇ ਅਨਾਥ ਹੋ ਜਾਣ, ਫਿਰ ਹੋ ਸਕਦਾ ਕੋਈ ਨਾ ਕੋਈ ਅਨਾਥਾਲਿਆ ਵਾਲਾ ਜਾਂ ਕੋਈ ਅਮੀਰ ਉਹਨਾਂ ਨੂੰ ਸਾਂਭ ਲਵੇ। ਨਹੀਂ ਤਾਂ ਜਿੰਨਾ ਚਿਰ ਮਾਂ ਪਿਓ ਜਿਉਂਦੇ ਨੇ, ਮਾਂ ਪਿਓ ਦਾ ਫਰਜ਼ ਹੀ ਹੈ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਨਾ। ਸ਼ਲੋਕ ਮਹਿਲਾ ਪਹਿਲਾ। ਆਪੇ ਭਾਂਡੇ ਸਾਜੀਨ, ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਐ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ, ਲੱਲੇ ਨੂੰ ਬਿਹਾਰੀ ਬਿੰਦੀ, ਕਿਉਂਕਿ ਬਹੁਵਚਨ ਹੈ। ਇੱਕ ਆ ਗਿਆ ਨਾ ਕੱਕੇ ਨਸਿਹਾਰੀ ਵਾਲਾ, ਇੱਕ ਸ਼ਬਦ ਬਹੁਵਚਨ ਹੈ, ਇਸ ਲਈ ਅੱਗੇ ਜਿਹੜਾ ਸ਼ਬਦ ਹੈਗਾ ਉਹ ਵੀ ਬਹੁਵਚਨ ਹੋਏਗਾ। ਅਤੇ ਗੁਰਬਾਣੀ 'ਚ ਬਹੁਵਚਨ ਬਣਾਉਣ ਲਈ ਬਿੰਦੀ ਲਾ ਦਿੱਤੀ ਜਾਂਦੀ ਬਿਹਾਰੀ ਨੂੰ, ਉਹ ਫਿਰ ਸ਼ਬਦ ਬਹੁਵਚਨ ਬਣ ਜਾਂਦਾ ਹੈ। ਇੱਕ ਨਿਹਾਲੀ ਪੈ ਸਭਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਜ਼ਰ ਕਰੇ। ਆਪੇ ਭਾਂਡੇ ਸਾਜਨ, ਭਾਂਡੇ ਭਾਵ ਸਰੀਰ। ਇਹ ਜੀਵਾਂ ਦੇ ਸਰੀਰ ਪਰਮਾਤਮਾ ਨੇ ਆਪ ਹੀ ਬਣਾਏ ਨੇ। ਆਪੇ ਪੂਰਨ ਦੇ, ਅਤੇ ਇਹਨਾਂ ਨੂੰ ਪੂਰਨ ਵੀ ਉਹ ਆਪ ਹੀ ਕਰਦਾ, ਭਰਦਾ ਵੀ ਉਹੀ ਹੈ। ਪੂਰਨ ਦਾ ਇੱਕ ਤੇ ਪੂਰਾ ਕਰਨਾ, ਦੂਜਾ ਅਰਥ ਹੁੰਦਾ ਭਰਨਾ। ਜੀਵ ਵੀ ਉਸਨੇ ਬਣਾਏ ਨੇ, ਅਤੇ ਜੀਵ ਦਾ ਢਿੱਡ ਵੀ ਉਹੀ ਭਰਦਾ, ਉਹੀ ਭਰਦਾ। ਤਿਨਾ ਸਵਾਰੇ ਨਾਨਕਾ, ਆਪੇ ਭਾਂਡੇ ਸਾਜਨ, ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਏ। ਕਈਆਂ ਤਾਂ ਦੁੱਧ ਪਾਇਆ ਜਾਂਦਾ, ਕਈ ਤਾਂ ਦੁੱਧ ਰੱਖਿਆ ਜਾਂਦਾ। ਇੱਕ ਚੁੱਲ੍ਹੇ ਰਹਿਣ ਚੜ੍ਹੇ, ਕਈਆਂ ਵਿਚਾਰੇ ਦਾਲਾਂ ਸਬਜ਼ੀਆਂ ਬਣਾਉਣੇ ਹਨ। ਜਿਵੇਂ ਇੱਕ ਚਾਟੀ ਹੁੰਦੀ ਹੈ, ਇੱਕ ਕਾੜਨੀ ਹੁੰਦੀ ਹੈ, ਪਤਾ ਨਾ। ਹੁਣ ਤਾਂ ਕਾੜਨੀਆਂ ਖਤਮ ਹੋ ਗਈਆਂ ਨੇ, ਪਹਿਲਾਂ ਘੜੇ ਵਰਗੀ ਹੁੰਦੀ ਸੀ ਉਹ 'ਚ ਦੁੱਧ ਨੂੰ ਕਾੜਿਆ ਜਾਂਦਾ ਸੀ। ਸੇਕ ਕਾਹਦਾ ਸੀ? ਪਾਥੀਆਂ ਦਾ। ਪਾਥੀਆਂ ਦੇ ਸੇਕ ਦੇ ਉੱਤੇ ਉਹ ਕਾੜਨੀ ਰੱਖੀ ਹੁੰਦੀ ਸੀ, ਦੁੱਧ ਕੱਢਦਾ ਰਹਿੰਦਾ ਸੀ। ਇੱਕ ਤਾਂ ਕਾੜਨੀ ਹੈ, ਅੱਗ 'ਤੇ ਚੜ੍ਹੀ ਰਹਿੰਦੀ ਹੈ। ਕਈ ਭਾਂਡਿਆਂ 'ਚ ਆਪਾਂ ਕਦੇ ਪਾਣੀ ਉਬਾਲ ਲਿਆ, ਕਦੇ ਸਬਜ਼ੀ ਬਣਾ ਲਈ, ਕਦੇ ਦਾਲ ਬਣਾ ਲਈ, ਕਦੇ ਦੁੱਧ ਉਬਾਲ ਲਿਆ ਹੈ, ਅਤੇ ਕਈਆਂ 'ਚ ਸਿਰਫ ਦੁੱਧ ਰੱਖਿਆ ਜਾਂਦਾ ਹੈ। ਭਾਵ ਕਈ ਤਾਂ ਆਰਾਮ ਨਾਲ ਨੇ, ਠੰਡੇ ਠਾਰ ਨੇ, ਕਈ ਸੜਦੇ ਬਲਦੇ ਰਹਿੰਦੇ, ਕਈ ਸੁਖੀ ਨੇ, ਕਈ ਵਿਚਾਰੇ ਦੁਖੀ ਨੇ। ਇੱਕ ਨਹੀਂ ਦੁੱਧ ਸਮਾਈਏ, ਇੱਕ ਚੁੱਲ੍ਹੇ ਰਹਿਣ ਚੜ੍ਹੇ। ਕਈਆਂ ਦਾ ਦੁੱਧ ਪਿਆ ਹੁੰਦਾ ਹੈ, ਉਹਨੇ ਦੁੱਧ ਜਮਾ ਵੀ ਰਾਤ ਨੂੰ ਆਪਾਂ ਲੈਂਦੇ ਹਾਂ। ਇੱਕ ਚੁੱਲ੍ਹੇ 'ਤੇ ਚੜ੍ਹੇ ਰਹਿੰਦੇ ਨੇ, ਸੜਦੇ ਬਲਦੇ ਰਹਿੰਦੇ ਨੇ, ਭੁੱਜਦੇ ਨੇ। ਇੱਕ ਸ਼ਾਂਤ ਚਿੱਤ ਨੇ, ਮੌਜਾਂ ਕਰਦੇ ਨੇ। ਇੱਕ ਨਿਹਾਲੀ ਪੈ ਸਭਨ, ਨਿਹਾਲੀ ਹੁੰਦਾ ਤਲਾਈਆਂ, ਲੇਫ ਹੁੰਦੀ ਹੈ ਰਜਾਈ। ਰਜਾਈ ਨੂੰ ਗੁਰਬਾਣੀ 'ਚ ਕੀ ਲਿਖਿਆ? ਲੇਫ। ਤਲਾਈ ਨੂੰ ਲਿਖਿਆ ਨਿਹਾਲੀ। ਇੱਕ ਮਨੇ ਕਈ, ਇੱਕ ਨਿਹਾਲੀ ਪੈ ਸਭਨ, ਕਈ ਤਲਾਈਆਂ ਦੇ ਉੱਤੇ ਵਧੀਆ ਬੈੱਡ ਵਿਛਾ ਕੇ ਤਲਾਈਆਂ ਵਿਛੇ ਉਹਨਾਂ 'ਤੇ ਪਏ ਨੇ। ਇੱਕ ਉੱਪਰ ਰਹਿਣ ਖੜੇ, ਅਤੇ ਕਈ ਵਿਚਾਰੇ ਨੌਕਰ ਉੱਪਰ ਖੜੇ ਨੇ ਮਾਲਕ ਦੇ, ਵੀ ਇਹਨੂੰ ਰਾਤ ਨੂੰ ਕੋਈ ਮਾਰ ਨਾ ਜਾਵੇ, ਉਹ ਜਾਗਦੇ ਰਹਿੰਦੇ ਨੇ। ਮਾਲਕ ਸੁੱਤਾ ਆਰਾਮ ਨਾਲ ਮੌਜ ਨਾਲ ਤਲਾਈਆਂ 'ਤੇ, ਉਹ ਜਾਗ ਰਹੇ ਨੇ। ਜਾਗ ਰਹੇ ਹੁੰਦਾ ਕਿ ਨਹੀਂ? ਬੜੀ ਦੁਨੀਆ ਹੈ। ਮਾਲਕਾਂ ਨੇ ਨੌਕਰ ਰੱਖੇ ਹੋਏ ਨੇ, ਸਰਕਾਰ ਨੇ ਅੱਗੇ ਨੌਕਰ ਕਰਮਚਾਰੀ ਰੱਖੇ ਨੇ, ਰਾਤ ਨੂੰ ਜਾਗਦੇ ਰਹਿੰਦੇ ਨੇ। ਅਫਸਰ ਸੁੱਤਾ ਹੈ, ਕਰਮਚਾਰੀ ਜਾਗ ਰਿਹਾ ਹੈ, ਡਿਊਟੀ ਦੇ ਰਿਹਾ ਕਿ ਕੋਈ ਅਫਸਰ ਨੂੰ, ਮਾਲਕ ਨੂੰ ਕੋਈ ਨੁਕਸਾਨ ਨਾ ਕਰ ਜਾਏ, ਘਰ 'ਚ ਕੋਈ ਚੋਰ ਨਾ ਆ ਵੜੇ, ਕੋਈ ਜਿਹੜਾ ਹੈ ਕੋਈ ਗੋਲੀ ਨਾ ਮਾਰ ਜਾਏ ਮਾਲਕ ਨੂੰ। ਇਸ ਲਈ ਇੱਕ ਤਾਂ ਤਲਾਈਆਂ 'ਤੇ ਪਏ ਨੇ, ਇੱਕ ਵਿਚਾਰੇ ਉੱਪਰ ਖੜੇ ਨੇ, ਉਹ ਰਾਖੀ ਕਰਨ ਲਈ ਖੜੇ ਨੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਜ਼ਰ ਕਰੇ। ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ, ਨਜ਼ਰ ਹੁੰਦੀ ਕਿਰਪਾ ਦ੍ਰਿਸ਼ਟੀ। ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ, ਉਹਨਾਂ ਦੀ ਜ਼ਿੰਦਗੀ ਨੂੰ ਸਵਾਰ ਦਿੰਦਾ।
ਸੋਹਣੀ ਜ਼ਿੰਦਗੀ ਬਣਾਉਂਦਾ, ਸੁਖੀ ਜ਼ਿੰਦਗੀ ਬਣਾਉਂਦਾ, ਅਮੀਰ ਜ਼ਿੰਦਗੀ ਬਣਾਉਂਦਾ, ਵਧੀਆ ਜ਼ਿੰਦਗੀ ਬਣਾਉਂਦਾ ਹੈ, ਜਿਸ 'ਤੇ ਉਹ ਕਿਰਪਾ ਦ੍ਰਿਸ਼ਟੀ ਕਰਦਾ ਹੈ। ਸੋ ਅਮੀਰ ਗਰੀਬ, ਦੁਖੀ ਸੁਖੀ ਸਭ ਉਸ ਦੇ ਬਣਾਏ ਹੋਏ ਹਨ। ਫਿਰ ਜਿਹੋ ਜਿਹੇ ਮਨੁੱਖ ਕਰਮ ਕਰਦਾ ਫਿਰ ਉਹਦੇ ਅਨੁਸਾਰ ਉਹਨੂੰ ਅਗਲੇ ਜਨਮ ਮਿਲਦੇ ਰਹਿੰਦੇ ਹਨ, ਅਤੇ ਉਹ ਫਿਰ ਦੁੱਖ ਸੁੱਖ, ਖੁਸ਼ੀ ਗਮੀ, ਅਮੀਰੀ ਗਰੀਬੀ ਭੋਗਦਾ ਰਹਿੰਦਾ ਹੈ। ਮਹਿਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਭੀ ਰੱਖੈ ਆਪ, ਤਿਸ ਵਿੱਚ ਜੰਤ ਉਪਾਇ ਕਹਿ, ਦੇਖੈ ਥਾਪ ਉਥਾਪ। ਕਿਸ ਨੂੰ ਕਹੀਐ ਨਾਨਕਾ, ਸਭ ਕਿਛ ਆਪੇ ਆਪ। ਆਪੇ ਸਾਜੇ ਕਰੇ ਆਪ, ਜਾਈ ਭੀ ਰੱਖੈ ਆਪ। ਪਰਮਾਤਮਾ ਆਪ ਇਸ ਧਰਤੀ ਨੂੰ ਸਾਜਣ ਵਾਲਾ ਹੈ, ਆਪ ਹੀ ਇਸ ਨੂੰ ਜਾਈ ਥਾਂ ਹੁੰਦਾ ਹੈ, ਆਪ ਇਸ ਨੂੰ ਥਾਂ ਸਿਰ ਰੱਖਦਾ ਹੈ ਵੀ ਧਰਤੀ ਨੂੰ ਆਕਾਸ਼ ਵਿੱਚ ਇੱਥੇ ਟਿਕਾਉਣਾ, ਉੱਥੇ ਟਿਕਾਈ ਹੋਈ ਹੈ, ਤਾਂ ਜੋ ਇਸ ਧਰਤੀ ਨੂੰ ਸੂਰਜ ਦਾ ਚਾਨਣ ਮਿਲ ਸਕੇ। ਇਸ ਤਰੀਕੇ ਨਾਲ ਟਿਕਾਈ ਹੋਈ ਹੈ, ਕਿਉਂਕਿ ਸੂਰਜ ਤੋਂ ਬਿਨਾਂ ਤਾਂ ਜ਼ਿੰਦਗੀ ਹੀ ਨਹੀਂ ਹੈ। ਸੂਰਜ ਕਾਰਨ ਹੀ ਅਸੀਂ ਜਿਉਂਦੇ ਹਾਂ, ਸੂਰਜ ਕਾਰਨ ਹੀ ਸਾਰੇ ਦਰਖਤ ਨੇ। ਅਗਰ ਸੂਰਜ ਨਾ ਹੋਵੇ ਕੋਈ ਬਨਸਪਤੀ ਨਹੀਂ ਹੋ ਸਕਦੀ, ਕੋਈ ਜੀਵ ਜਿਉਂਦਾ ਨਹੀਂ ਰਹਿ ਸਕਦਾ। ਸਾਡੀ ਜਿਹੜੀ ਹੋਂਦ ਹੈ ਇਹ ਸੂਰਜ ਕਾਰਨ ਹੈ, ਅਤੇ ਧਰਤੀ 'ਤੇ ਫਿਰ ਸੂਰਜ ਚਮਕਦਾ ਹੈ, ਕਦੇ ਧਰਤੀ ਦੇ ਇਸ ਪਾਸੇ, ਕਦੇ ਧਰਤੀ ਦੇ ਉਸ ਪਾਸੇ। ਇਹ ਨਹੀਂ ਵੀ ਇੱਕੋ ਪਾਸੇ ਹੀ ਚਮਕਦਾ, ਨਹੀਂ। 12 ਘੰਟੇ ਧਰਤੀ ਦੇ ਇਸ ਪਾਸੇ, 12 ਘੰਟੇ ਧਰਤੀ ਦੇ ਉਸ ਪਾਸੇ। ਜਿਸ ਪਾਸੇ ਚਮਕਦਾ ਉਹਨੂੰ ਆਪਾਂ ਦਿਨ ਕਹਿ ਦਿੰਦੇ ਹਾਂ, ਜਿੱਧਰ ਨਹੀਂ ਚਮਕਦਾ ਰਾਤ ਕਹਿੰਦੇ ਹਾਂ। ਫਿਰ ਜਦ ਬਦਲਦੀ ਹੈ, ਜੇ ਧਰਤੀ ਘੁੰਮਦੀ ਹੈ ਤਾਂ ਜਿੱਧਰ ਰਾਤ ਸੀ 12 ਘੰਟੇ ਉੱਧਰ ਦਿਨ ਹੋ ਜਾਂਦਾ, ਜਿਸ ਦਿਨ ਸਿੱਧਰ ਰਾਤ ਹੋ ਜਾਂਦੀ। ਪਰਮਾਤਮਾ ਨੇ ਧਰਤੀ ਟਿਕਾਈ ਹੈ, ਆਪੇ ਹੀ ਉਹ ਥਾਂ ਰੱਖਦਾ, ਜਾਈ ਪੇ ਰੱਖੈ ਆਪ। ਉਹ ਥਾਂ ਸਿਰ ਵੀ ਆਪ ਹੀ ਉਸਨੇ ਧਰਤੀ ਨੂੰ ਟਿਕਾਇਆ ਹੋਇਆ ਹੈ। ਤਿਸ ਵਿੱਚ ਜੰਤ ਉਪਾਇਕ ਹੈ। ਫਿਰ ਇਸ ਧਰਤੀ 'ਤੇ ਉਸਨੇ ਜੀਵ ਪੈਦਾ ਕੀਤੇ, ਦੇਖੈ ਥਾਪ ਉਥਾਪ। ਉਹਨਾਂ ਨੂੰ ਪੈਦਾ ਕਰਕੇ ਅਤੇ ਮਾਰ ਕੇ ਆਪ ਹੀ ਵੇਖ ਰਿਹਾ, ਆਪ ਹੀ ਵੇਖ ਰਿਹਾ, ਪੈਦਾ ਕਰਨਾ ਵੀ ਅਤੇ ਮਾਰਨਾ ਵੀ ਆਪ ਹੀ। ਉਹਦੀ ਨਿਗਰਾਨੀ 'ਚ ਜੀਵ ਪੈਦਾ ਹੋ ਰਹੇ ਨੇ, ਉਹਦੀ ਨਿਗਰਾਨੀ 'ਚ ਜੀਵ ਮਰ ਰਹੇ ਹਨ। ਉਹਨੂੰ ਸਭ ਪਤਾ ਹੈ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਪਰਮਾਤਮਾ ਆਪ ਹੀ ਸਭ ਕੁਝ ਹੈ, ਇਸ ਲਈ ਕਹੀਏ ਕਿਸ ਨੂੰ? ਉਹੀ ਤਾਂ ਹੈ ਸਭ ਕੁਛ, ਉਸ ਤੋਂ ਬਾਹਰ ਤਾਂ ਕੁਛ ਹੈ ਨਹੀਂ। ਉਹੀ ਸਭ ਦੇ ਵਿੱਚ ਹੈ, ਇਸ ਲਈ ਹੋਰ ਕਿਸ ਨੂੰ ਕਹੀਏ? ਉਹ ਪਰਮਾਤਮਾ ਹੀ ਆਪ ਹੀ ਸਭ ਕੁਛ ਹੈ। ਪੌੜੀ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜ਼ਕ ਸੰਭਾਹੇ। ਸਾਈ ਕਾਰ ਕਮਾਵਣੀ, ਤੁਰ ਛੋਡੀ ਤਿੰਨੇ ਪਾਏ। ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ। ਸੋ ਕਰੇ ਜੇ ਤਿਸੈ ਰਜ਼ਾਏ। ਇਹਨੂੰ ਰਜਾਏ ਨਹੀਂ ਪੜ੍ਹਨਾ, ਰਜ਼ਾਏ ਫਾਰਸੀ ਦਾ ਸ਼ਬਦ ਹੈ, ਰਜ਼ਾਏ ਸ਼ੁੱਧ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਪਰਮਾਤਮਾ, ਪਰਮਾਤਮਾ ਦੀਆਂ ਇਤਨੀਆਂ ਵਡਿਆਈਆਂ ਹਨ ਕਿ ਉਹ ਵਰਣਨ ਹੀ ਨਹੀਂ ਕੀਤੀਆਂ ਜਾ ਸਕਦੀਆਂ, ਉਹ ਵਰਣਨ ਹੀ ਨਹੀਂ ਕੀਤੀਆਂ ਜਾ ਸਕਦੀਆਂ। ਸੋ ਕਰਤਾ ਕਾਦਰ ਕਰੀਮ, ਪਰਮਾਤਮਾ ਕਰਤਾ ਹੈ। ਕਾਦਰ ਜਿਹੜਾ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਕੁਦਰਤ ਨੂੰ ਬਣਾਉਣ ਵਾਲਾ ਕਾਦਰ। ਉਹਨੂੰ ਅਰਬੀ ਵਾਲੇ ਕਹਿੰਦੇ ਨੇ ਕਾਦਰ, ਜਿਹਨੇ ਕੁਦਰਤ ਬਣਾਈ ਹੈ। ਪਰਮਾਤਮਾ ਕਰਤਾ ਹੈ, ਪਰਮਾਤਮਾ ਕਾਦਰ ਹੈ। ਕਰੀਮ ਹੁੰਦਾ ਬਖਸ਼ਿੰਦ, ਕਰੀਮ ਫਾਰਸੀ ਦਾ ਸ਼ਬਦ ਹੈ,
ਬਖਸ਼ਿਸ਼ ਕਰਨ ਵਾਲਾ ਬਖਸ਼ਿੰਦ। ਤੁਸੀਂ ਮਾफ़ੀ ਮੰਗੀ, ਉਹਨੇ ਤੈਨੂੰ ਮਾफ़ ਕਰਤਾ, ਉਹ ਬਖਸ਼ਿੰਦ ਹੈ। ਉਹਨੇ ਤੁਹਾਨੂੰ ਕੋਈ ਬਖਸ਼ਿਸ਼ ਕੀਤੀ ਹੈ ਤੁਹਾਡੇ 'ਤੇ, ਉਹ ਬਖਸ਼ਿੰਦ ਹੈ, ਉਹ ਕਰੀਮ ਹੈ। ਇੱਕ ਉਹਦਾ ਰਹੀਮ, ਇਹ ਫਾਰਸੀ ਦਾ ਸ਼ਬਦ ਹੈ। ਰਹਿਮਤ ਕਰਨ ਵਾਲਾ, ਜਿਹੜਾ ਕਿਸੇ 'ਤੇ ਰਹਿਮ ਕਰਦਾ, ਤਰਸ ਕਰਦਾ, ਉਹਨੂੰ ਰਹੀਮ ਕਹਿੰਦੇ ਨੇ ਫਾਰਸੀ 'ਚ। ਜਿਹੜਾ ਕਿਸੇ 'ਤੇ ਬਖਸ਼ਿਸ਼ ਕਰਦਾ, ਉਹਨੂੰ ਕਰੀਮ ਕਹਿੰਦੇ ਨੇ। ਜਿਹੜਾ ਕਿਸੇ ਕੁਦਰਤ ਨੂੰ ਬਣਾਉਂਦਾ, ਜਿਹੜਾ, ਉਹਨੂੰ ਅਰਬੀ 'ਚ ਕਾਦਰ ਕਹਿੰਦੇ ਨੇ। ਅਤੇ ਕਰਤਾ ਜਿਹੜਾ ਆਪਣਾ ਪੰਜਾਬੀ ਹਿੰਦੀ ਦਾ ਸ਼ਬਦ ਹੋ ਗਿਆ। ਸੋ ਕਰਤਾ ਕਾਦਰ ਕਰੀਮ, ਪਰਮਾਤਮਾ ਕਰਤਾ ਹੈ, ਕਾਦਰ ਹੈ, ਕਰੀਮ ਹੈ। ਦੇ ਜੀਆਂ ਰਿਜ਼ਕ ਸੰਭਾਹੇ। ਫਾਰਸੀ ਦਾ ਸ਼ਬਦ ਹੈ ਰਿਜ਼ਕ, ਕੱਕੇ ਥਾਂ 'ਤੇ ਖੱਖਾ, ਰਿਜ਼ਕ, ਰਾਰਣ ਸਿਆਰੀ, ਜੱਜੇ ਦੇ ਪੈਰ 'ਚ ਬਿੰਦੀ, ਖੱਖਾ, ਰਿਜ਼ਕ। ਉਸ ਤੋਂ ਗੁਰਬਾਣੀ 'ਚ ਬਣਿਆ ਰਿਜ਼ਕ। ਖਾਣ ਪੀਣ ਨੂੰ ਜੋ ਚੀਜ਼ਾਂ ਹੁੰਦੀਆਂ ਉਹਨੂੰ ਰਿਜ਼ਕ ਕਹਿੰਦੇ। ਦੇ ਜੀਆਂ ਰਿਜ਼ਕ ਸੰਭਾਹੇ, ਸਾਰੇ ਜੀਵਾਂ ਨੂੰ ਉਹ ਖਾਣ ਪੀਣ ਨੂੰ ਰਿਜ਼ਕ ਦਿੰਦਾ ਹੈ, ਉਹ ਰਿਜ਼ਕ ਦਿੰਦਾ। ਕਹਿੰਦੇ ਪੱਥਰ 'ਚ ਕੀੜੇ ਹੁੰਦੇ ਨੇ, ਉਹਨਾਂ ਨੂੰ ਵੀ ਖਾਣ ਨੂੰ ਦਿੰਦਾ ਹੈ। ਜੋ ਵੀ ਪਰਮਾਤਮਾ 'ਤੇ ਨਿਰਭਰ ਹੋ ਜਾਂਦਾ ਹੈ, ਪਰਮਾਤਮਾ ਉਸ ਨੂੰ ਪਾਲਦਾ ਹੈ। ਇਹ ਪਰਮਾਤਮਾ ਦਾ ਅਸੂਲ ਹੈ। ਮਨੁੱਖ ਨੂੰ ਛੱਡ ਕੇ ਬਾਕੀ 83,99,999 ਜੂਨੀਆਂ ਪਰਮਾਤਮਾ 'ਤੇ ਨਿਰਭਰ ਨੇ। ਇਸ ਲਈ ਆਨੰਦ 'ਚ ਨੇ, ਇਸ ਲਈ ਆਨੰਦ 'ਚ ਨੇ। ਸਾਡੇ ਅੰਦਰ ਹਉਮੈ, ਮੈਂ, ਫਿਰ ਬਰਾਬਰੀ ਹੋ ਗਈ ਨਾ। ਪਰ ਉਹ ਕਹਿੰਦਾ ਚੰਗਾ ਫਿਰੀ ਜਾ, ਕਰੀ ਜਾ, ਭਰੀ ਜਾ। ਅਸੀਂ ਪਰਮਾਤਮਾ 'ਤੇ ਨਿਰਭਰ ਨਹੀਂ ਹਾਂ। ਇਸ ਲਈ ਕੋਈ ਭੁੱਖਾ ਮਾਰਿਆ, ਕੋਈ ਗਰੀਬ ਹੈ, ਕੋਈ ਦੁਖੀ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਲੋਕਡਾਊਨ ਦੇ ਵਿੱਚ ਪੰਛੀ ਭੁੱਖੇ ਨਹੀਂ ਮਰੇ, ਸਗੋਂ ਪੰਛੀ ਖੁਸ਼ ਸਨ ਕਿ ਆਹ ਦਫਾ ਹੋਏ ਬੰਦੇ ਅੰਦਰ ਡੱਕੇ ਗਏ ਨੇ, ਸਾਨੂੰ ਮੌਜ ਹੋ ਗਈ ਹੈ, ਅਸੀਂ ਹੁਣ ਨੱਚਾਂਗੇ, ਟੱਪਾਂਗੇ। ਇਹ ਗੰਦ ਪਾਇਆ ਸੀ ਇਹਨਾਂ ਨੇ, ਸਾਰਾ ਵਾਤਾਵਰਨ ਇਹਨਾਂ ਨੇ ਖਰਾਬ ਕਰਦਾ ਸੀ। ਬੱਸਾਂ, ਗੱਡੀਆਂ ਸਭ ਰੁਕ ਗਏ, ਧੂੰਆਂ ਖਤਮ ਹੋ ਗਿਆ ਹੈ। ਉਹ ਪੰਛੀ ਖੁਸ਼ ਨੇ ਵੀ ਸਾਨੂੰ ਸੁੱਖ ਦਾ ਸਾਹ ਆਉਂਦਾ। ਲਾਕਡਾਊਨ ਖੁੱਲ੍ਹ ਗਿਆ, ਕਹਿੰਦੇ ਨੇ ਦਫਾ ਹੋਆ, ਕੀ ਹੋ ਗਿਆ। ਦਰਿਆ ਖੁਸ਼ ਨੇ, ਲਾਕਡਾਊਨ ਦਰਿਆ ਖੁਸ਼ ਨੇ, ਆਹ ਅਸੀਂ ਸਾਫ਼ ਹੋ ਗਏ ਹਾਂ। ਸਰਕਾਰ ਤਾਂ ਕਰੋੜਾਂ ਰੁਪਈਏ ਲਾ ਕੇ ਗੰਗਾ ਅਜੇ ਤੱਕ ਸਾਫ਼ ਨਹੀਂ ਹੋਈ ਹੈ। ਪਹਿਲੇ ਮਹੀਨੇ ਦੇ ਵਿੱਚ ਜਦੋਂ ਲਾਕਡਾਊਨ ਹੋਇਆ, ਗੰਗਾ ਦਾ ਪਾਣੀ ਬਿਲਕੁਲ ਸਾਫ਼ ਸੁਥਰਾ ਹੋ ਗਿਆ, ਬਿਲਕੁਲ ਸਾਫ਼। ਮੁੜ ਕੇ ਅਸੀਂ ਫੇਰ ਹੁਣ ਸ਼ੁਰੂ ਕਰਤੇ, ਆ ਕਾਰਖਾਨੇ ਚੱਲ ਪਏ, ਆ ਗੰਦ ਪਾਈ ਜਾਵੇ, ਦੁਨੀਆ ਭਰਦਾ ਨਾ ਜਾ। ਰਾਮ ਤੇਰੀ ਗੰਗਾ ਮੈਲੀ ਕਰਤੀ ਮਿਲੀ, ਅਸੀਂ ਮਸਾਂ ਸਾਫ਼ ਹੋਈ ਸੀ। ਗੰਗਾ ਵੀ ਕਹਿੰਦੀਆਂ ਨੇ ਲਾਕਡਾਊਨ ਹੀ ਰਹਿੰਦਾ ਠੀਕ ਸੀ, ਮਗਰੋਂ ਲੈਂਦੇ ਇਹਨਾਂ ਫਿਰ ਮੇਰੇ ਗੰਦ ਪਾਉਣਾ ਸ਼ੁਰੂ ਕਰਤਾ। ਉਹੀ ਸਾਰਿਆਂ ਨੂੰ ਰਿਜ਼ਕ ਦਿੰਦਾ ਜਿਹੜੇ ਉਸ 'ਤੇ ਨਿਰਭਰ ਨੇ। ਬੰਦੇ ਨੂੰ ਕਹਿੰਦਾ ਦਫਾ ਹੋ, ਆਪਣਾ ਕਮਾ ਲੈ, ਖਾ ਲੈ। ਜਿਹੜੇ ਭਜਨ ਬੰਦਗੀ ਕਰਦੇ ਨੇ ਦਿਨ ਰਾਤ ਪਰਮਾਤਮਾ ਦੀ, ਉਸ 'ਤੇ ਨਿਰਭਰ ਨੇ, ਪਰਮਾਤਮਾ ਉਹਨਾਂ ਨੂੰ ਖਾਣ ਪੀਣ ਨੂੰ ਦਿੰਦਾ। ਉਹਨੂੰ ਨਹੀਂ ਭੁੱਖਿਆ ਮਰਨ ਦਿੰਦਾ, ਉਹਨੂੰ ਨਹੀਂ ਭੁੱਖਿਆ ਮਰਨ ਦਿੰਦਾ। ਇੱਕ ਭਈਆ ਆਇਆ ਕਦੇ ਲਾਕਡਾਊਨ ਵੇਲੇ, ਨੇਪਾਲ ਦਾ ਰਹਿਣ ਵਾਲਾ ਸੀ, ਕਦੇ ਕਦੇ ਆਉਂਦਾ ਸੀ। ਕਹਿੰਦੇ ਪੰਜਾਬ 'ਚ ਕੋਈ ਭੁੱਖਾ ਨਹੀਂ ਰਹਿ ਸਕਦਾ। ਪੰਜਾਬ ਦੀ ਧਰਤੀ ਐਸੀ ਹੈ। ਦੇਖੋ ਕਹਿੰਦੇ ਦੁਪਹਿਰੇ ਵੀ ਸਰਦਾਰ ਮੁੰਡੇ ਆਉਂਦੇ ਨੇ, ਦੁਪਹਿਰੇ ਵੀ ਸਾਨੂੰ ਬਣਿਆ ਬਣਾਇਆ ਲੰਗਰ ਦੇ ਕੇ ਜਾਂਦੇ, ਰਾਤ ਨੂੰ ਵੀ ਦੇ ਕੇ ਜਾਂਦੇ ਨੇ। ਉਦੋਂ ਪਹਿਲਾਂ ਕਹਿੰਦੇ ਸੀ ਆਪ ਬਣਾਉਂਦੇ ਸੀ, ਆਪ ਰੋਟੀ ਤਿਆਰ ਕਰਕੇ ਖਾਂਦੇ ਸੀ। ਹੁਣ ਸਾਨੂੰ ਪੱਕੀ ਪਕਾਈ ਮਿਲਦੀ ਹੈ ਦੋਨੋਂ ਟਾਈਮ। ਕਹਿੰਦਾ ਮੈਨੂੰ ਨੇਪਾਲ ਪੁੱਛਣਗੇ ਮੇਰੇ ਘਰ ਦੇ ਜੀ, ਰੋਟੀ ਮਿਲਦੀ? ਕਹਿੰਦਾ ਮੈਂ ਪੰਜਾਬ 'ਚ ਰਹਿਣਾ, ਪੰਜਾਬ 'ਚ ਕੋਈ ਭੁੱਖਾ ਨਹੀਂ ਮਰਦਾ, ਇੱਥੇ ਸਭ ਨੂੰ ਖਾਣ ਨੂੰ ਰੋਟੀ ਮਿਲਦੀ ਹੈ। ਨਹੀਂ ਮਿਲਦੀ ਗੁਰਦੁਆਰੇ ਚਲੇ ਜਾਓ, ਉੱਥੇ ਤਾਂ 24 ਘੰਟੇ ਮਿਲਦੀ ਹੈ, ਜਿਹਦੀ ਮਰਜ਼ੀ ਚਲੇ ਜਾਓ, ਉੱਥੇ ਜਾ ਕੇ ਖਾਓ।
ਜਿਹੜਾ ਬੰਦਾ ਪਰਮਾਤਮਾ 'ਤੇ ਨਿਰਭਰ ਰਹਿੰਦਾ ਉਹਨੂੰ ਪਰਮਾਤਮਾ ਭੁੱਖਾ ਨਹੀਂ ਮਰ ਦਿੰਦਾ। ਸਾਡੇ 'ਚ ਹਉਮੈ ਹੈ, ਅਸੀਂ ਪਰਮਾਤਮਾ 'ਤੇ ਨਿਰਭਰ ਨਹੀਂ ਹੈਗੇ, ਇਸ ਲਈ ਅਸੀਂ ਆਪਣਾ ਕਮਾ ਕੇ ਖਾ ਰਹੇ, ਕੋਈ ਚੰਗਾ ਅਤੇ ਕੋਈ ਮੰਦਾ। ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ। ਹਰ ਮਨੁੱਖ ਉਹੀ ਕਰਮ ਕਰ ਰਿਹਾ ਜੋ ਪਰਮਾਤਮਾ ਨੇ ਧਰੋਂ ਹੀ ਉਹਦੇ ਭਾਗਾਂ 'ਚ ਲਿਖਤਾ ਸੀ। ਵੀ ਜਾਂ ਤੂੰ ਨੌਕਰੀ ਕਰੇਗਾ, ਤੂੰ ਮਜ਼ਦੂਰੀ ਕਰੇਗਾ, ਤੂੰ ਦੁਕਾਨਦਾਰੀ ਕਰੇਗਾ, ਤੂੰ ਵਪਾਰ ਕਰੇਗਾ, ਤੂੰ ਰਾਜ ਕਰੇਗਾ, ਧਰੋਂ ਹੀ ਲਿਖਤਾ। ਫਿਰ ਸਬੱਬ ਬਣਦਾ, ਫਿਰ ਉਹੋ ਜਿਹੇ ਹਾਲਾਤ ਬਣਦੇ ਨੇ ਜਿਹੋ ਜਿਹੀ ਸਾਡੀ ਕਿਸਮਤ ਲਿਖੀ ਹੁੰਦੀ ਹੈ। ਸਾਡੀ ਕਿਸਮਤ ਜਿਹੋ ਜਿਹੀ ਲਿਖੀ, ਫਿਰ ਹਾਲਾਤ ਉਹੋ ਜਿਹੇ ਬਣਦੇ ਹਨ। ਸਾਈ ਕਾਰ ਕਮਾਵਣੀ, ਅਸੀਂ ਉਹੀ ਕੰਮ ਕਰਦੇ ਹਾਂ ਤੁਰ ਛੋਡੀ ਤਿੰਨੇ ਪਾਏ, ਜੋ ਧੁਰੋਂ ਹੀ ਪਰਮਾਤਮਾ ਨੇ ਲਿਖ ਦਿੱਤੀ ਹੈ। ਅਸੀਂ ਉਹੀ ਕੰਮ ਕਰਦੇ ਹਾਂ, ਧੁਰੋਂ ਹੀ ਲਿਖਿਆ ਹੋਇਆ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ। ਰੱਬ ਤੋਂ ਬਾਹਰ ਹੋਰ ਕੋਈ ਥਾਂ ਹੀ ਨਹੀਂ ਜਿੱਥੇ ਅਸੀਂ ਚਲੇ ਜਾਵਾਂਗੇ। ਹੋਰ ਕੋਈ ਥਾਂ ਹੀ ਨਹੀਂ ਜਿੱਥੇ ਅਸੀਂ ਚਲੇ ਜਾਵਾਂਗੇ, ਕਿਉਂਕਿ ਰੱਬ ਸਭ ਥਾਂ 'ਤੇ ਹੈ। ਉਸ ਇੱਕ ਤੋਂ ਬਾਹਰ ਕੁਝ ਵੀ ਨਹੀਂ ਹੈ। ਸੋ ਕਰੇ ਜੇ ਤਿਸੈ ਰਜ਼ਾਏ, ਉਹੀ ਕਰਦਾ ਜੋ ਉਹਦੀ ਮਰਜ਼ੀ ਹੈ, ਸਾਡੇ ਅਨੁਸਾਰ ਉਸਨੇ ਨਹੀਂ ਕਰਨਾ। ਗੁਰਬਾਣੀ ਕਹਿੰਦੇ ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਸ਼ਾਮ ਨੂੰ ਸਲਾਹ ਕਰਦਾ ਇੱਥੋਂ ਪਟਿਆਲੇ ਤੋਂ ਨਾਭਾ ਪੱਛਮ ਵਾਲੇ ਪਾਸੇ, ਵੀ ਨਾਭੇ ਜਾਊਂਗਾ ਮੈਂ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ। ਸਵੇਰੇ ਟੈਲੀਫੋਨ ਆ ਜਾਂਦਾ ਐਸਾ ਕਿ ਸਾਨੂੰ ਜਿਹੜਾ ਹੈ ਰਾਜਪੁਰੇ ਜਾਣਾ ਪੈ ਜਾਂਦਾ, ਜਾਣਾ ਪੈਣਾ ਪੂਰਬ ਨੂੰ। ਸਾਡੀ ਨਹੀਂ ਚੱਲੇਗੀ, ਉਹਦੀ ਚੱਲੇਗੀ। ਸੋ ਕਰੇ ਜੋ ਤਿਸੈ ਰਜ਼ਾਏ, ਜੋ ਉਹਦੀ ਰਜ਼ਾ ਹੈ, ਜੋ ਉਸਦੀ ਮਰਜ਼ੀ ਹੈ, ਉਹ ਉਹੀ ਕਰਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਆਸਾ ਦੀ ਵਾਰ ਦਾ ਅੱਜ ਭੋਗ ਪੈ ਗਿਆ ਹੈ। ਤੁਸੀਂ ਸੋਚਦੇ ਹੋ ਕਿ ਕੱਲ੍ਹ ਨੂੰ ਕਾਹਦੀ ਕਥਾ ਸ਼ੁਰੂ ਹੋਣੀ ਹੈ। 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ, ਜਿਹੜੇ ਭੋਗ ਵੇਲੇ ਪੜ੍ਹੇ ਜਾਂਦੇ ਹਨ, ਸਹਿਜ ਪਾਠ ਦਾ ਭੋਗ ਪੈਂਦਾ, ਅਖੰਡ ਪਾਠ ਦਾ ਭੋਗ ਪੈਂਦਾ, ਫਿਰ ਅਖੀਰ 'ਤੇ 1426 ਅੰਗ 'ਤੇ 9ਵੇਂ ਮਹੱਲੇ ਦੇ ਸ਼ਲੋਕ ਨੇ, ਉਹ ਪੜ੍ਹੇ ਜਾਂਦੇ। ਕੱਲ੍ਹ ਤੋਂ ਉਹਨਾਂ ਦੀ ਕਥਾ ਸ਼ੁਰੂ ਹੋਏਗੀ। 9ਵੇਂ ਮਹੱਲੇ ਦੇ ਸ਼ਲੋਕ, ਅੰਗ ਨੰਬਰ 1426। ਸੋ ਆਪਣੇ ਮੋਬਾਈਲ 'ਤੇ ਜਾਂ ਪੋਥੀ ਜਿਨ੍ਹਾਂ ਕੋਲ ਹੋਣ, ਕੱਲ੍ਹ ਨੂੰ ਜਿਨ੍ਹਾਂ ਦੇ ਘਰਾਂ 'ਚ ਪੋਥੇ ਨੇ ਆਪਣੀ ਪੋਥੀ ਖੋਲ੍ਹ ਲਿਓ, ਨਹੀਂ ਤਾਂ ਮੋਬਾਈਲ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ। ਜਿਨ੍ਹਾਂ ਦੇ ਮੋਬਾਈਲਾਂ 'ਚ ਨਹੀਂ, ਉਹ ਆਪਣਾ ਰਿਕਾਰਡ ਕਰਵਾ ਲਓ, ਉਹ ਭਰ ਦਿੰਦੇ ਨੇ। ਫਿਰ ਆਪਣਾ ਮੋਬਾਈਲ ਤੋਂ ਨਾਲ ਨਾਲ ਪਾਠ ਦੇਖੀ ਜਾਓ, ਨਾਲ ਨਾਲ ਉਹਦੇ ਅਰਥ ਸੁਣੀ ਜਾਓ, ਕਥਾ ਵਾਰਤਾ ਸੁਣੀ ਜਾਓ, ਤਾਂ ਜੋ ਸਾਨੂੰ ਪਤਾ ਲੱਗੇ। ਕਿਉਂਕਿ ਅਖੀਰ 'ਚ ਨੇ ਉਹ ਜਿਹੜੀ ਆਰੰਭ ਵਾਲੀ ਚੀਜ਼ ਹੁੰਦੀ ਹੈ, ਮੈਂ ਦੇਖਿਓ ਵੀ ਬੜੀ ਇੰਪੋਰਟੈਂਟ ਹੁੰਦੀ ਹੈ, ਉਹ ਜਪਜੀ ਸਾਹਿਬ ਰੱਖਿਆ, ਗੁਰੂ ਨਾਨਕ ਦੇਵ ਦੀ ਫਿਲਾਸਫੀ ਰੱਖੀ ਹੈ। ਅਤੇ ਐਂਡ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਜੋ ਸਿੱਖਿਆ ਦਿੱਤੀ ਅੰਤਲੇ ਸਮੇਂ, ਉਹ ਰੱਖੀ ਹੋਈ ਹੈ। ਆਰੰਭ ਦੇ ਵਿੱਚ ਅਤੇ ਐਂਡ ਦੇ ਵਿੱਚ ਬੜੀ ਜ਼ਬਰਦਸਤ ਬਾਣੀਆਂ ਹੁੰਦੀਆਂ। ਸੋ ਕੱਲ੍ਹ ਨੂੰ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ, ਉਹਨਾਂ ਦੀ ਕਥਾ ਵਾਰਤਾ ਸ਼ੁਰੂ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।